हाँ जी, प्यारे विद्यार्थियों, ਅੱਜ ਦੇ ਲੈਕਚਰ ਵਿੱਚ ਮੈਂ ਸੁਨੀਲ ਸਾਂਗਵਾਲ ਤੁਹਾਡਾ ਫਿਰ ਸਵਾਗਤ ਕਰਦਾ। ਅੱਜ ਜੋ ਟੌਪਿਕ ਆਪਾਂ ਲੈ ਕੇ ਆਏ ਹਾਂ ਉਹ ਆਪਣਾ ਪੁਰਾਣਾ ਮਾਡਲ ਪ੍ਰਸ਼ਨ ਪੱਤਰ ਜਿਹੜਾ ਆਪਾਂ ਕਰ ਰਹੇ ਸੀਗੇ, ਉਸ ਦੇ ਆਪਾਂ ਨੇ ਪਹਿਲੇ 32 ਕੁਐਸਚਨ ਜਿਹੜੇ ਸੀ ਉਹ ਆਪਾਂ ਨੇ ਕਰ ਲਏ ਸੀਗੇ। ਇਸ ਤੋਂ ਬਾਅਦ 2 ਨੰਬਰ ਵਾਲੇ ਕੁਐਸਚਨਸ ਵੀ ਆਪਾਂ ਨੇ ਕਰ ਲਏ ਹੈ, 4 ਨੰਬਰ ਵਾਲੇ ਕੁਐਸਚਨਸ ਵੀ ਕਰ ਲਏ ਹੈਗੇ ਆ। ਠੀਕ ਹੈ, ਤਾਂ ਅੱਜ ਜਿਹੜੇ 6 ਨੰਬਰ ਦੇ ਕੁਐਸਚਨਸ ਹੈਗੇ ਆ ਉਹਨਾਂ ਬਾਰੇ ਆਪਾਂ ਚਰਚਾ ਕਰਦੇ ਹਾਂ। ਆਓ ਆਪਾਂ ਕੰਪਿਊਟਰ ਦੀ ਸਕਰੀਨ ਤੇ ਦੇਖੀਏ ਕਿ ਤੁਹਾਡੇ ਕੋਲ ਕਿਹੜੇ ਕੁਐਸਚਨਸ ਨੇ। ਤਾਂ ਸਭ ਤੋਂ ਪਹਿਲਾ ਪ੍ਰਸ਼ਨ ਜਿਹੜਾ ਤੁਸੀਂ ਦੇਖ ਰਹੇ ਹੋ ਉਹ ਹੈਗਾ ਜੀ, ਸਿੱਧ ਕਰੋ ਕਿ ਇੱਕ ਸਮਕੋਣ ਤ੍ਰਿਭੁਜ ਵਿੱਚ ਕर्ण ਦਾ ਵਰਗ ਬਾਕੀ ਦੋ ਭੁਜਾਵਾਂ ਦੇ ਵਰਗਾਂ ਦੇ ਜੋੜ ਦੇ ਬਰਾਬਰ ਹੁੰਦਾ ਹੈ। ਤਾਂ ਇਹ ਹੋਰ ਕੁਝ ਨਹੀਂ ਹੈਗਾ, ਇਹ ਪਾਇਥਾਗੋਰਸ ਥਿਓਰਮ ਦਾ ਕਥਨ ਹੈ ਤੇ ਇਸ ਨੂੰ ਆਪਾਂ ਪਾਇਥਾਗੋਰਸ ਥਿਓਰਮ ਦੇ ਨਾਮ ਨਾਲ ਜਾਣਦੇ ਹਾਂ। ਠੀਕ ਹੈ, ਕੀ ਨਾਮ ਹੈ ਇਸਦਾ? ਪਾਇਥਾਗੋਰਸ ਥਿਓਰਮ। ਕੀ ਹੁੰਦੀ ਹੈ, ਥੋੜਾ ਜਿਹਾ ਮੈਂ ਇਹਨੂੰ ਇੱਥੇ ਐਕਸਪਲੇਨ ਕਰ ਦਿੰਦਾ। ਇੱਕ ਮੰਨ ਲਓ ਤੁਹਾਡੇ ਕੋਲੇ ਸਮਕੋਣ ਤ੍ਰਿਭੁਜ ਹੈ। ਠੀਕ ਹੈ, ਇੱਕ ਸਮਕੋਣ ਤ੍ਰਿਭੁਜ ਹੈ ਜਿਸ ਦਾ ਇੱਕ ਕੋਣ 90 ਡਿਗਰੀ ਹੋਵੇ, ਉਸ ਨੂੰ ਸਮਕੋਣ ਤ੍ਰਿਭੁਜ ਕਹਿੰਦੇ ਹਾਂ। ਠੀਕ ਹੈ, ਮੰਨ ਲਓ ਇਹਨਾਂ ਦੇ ਨਾਮ, ਇਸ ਤ੍ਰਿਭੁਜ ਦਾ ਨਾਮ ABC ਹੈ। ਤਾਂ ਇਸ ਦੇ ਵਿੱਚ ਜਿਹੜਾ 90 ਡਿਗਰੀ ਦੇ ਸਾਹਮਣੇ ਵਾਲੀ ਭੁਜਾ ਹੁੰਦੀ ਹੈ, ਮਤਲਬ AB ਜਿਹੜਾ ਹੈ ਉਸ ਦਾ ਵਰਗ, ਇਸ ਨੂੰ ਕर्ण ਕਹਿੰਦੇ ਆ। ਪਹਿਲੀ ਗੱਲ ਤਾਂ ਇਹ 90 ਡਿਗਰੀ ਦੇ ਸਾਹਮਣੇ ਵਾਲੀ ਭੁਜਾ ਨੂੰ ਕर्ण ਕਹਿੰਦੇ ਆ। ਤਾਂ ਕर्ण ਦਾ ਵਰਗ ਮਤਲਬ AB ਦਾ ਵਰਗ, ਬਾਕੀ ਦੀਆਂ ਦੋ ਭੁਜਾਵਾਂ ਕਿਹੜੀਆਂ ਨੇ? AC, ਆਹ ਵਾਲੀ ਭੁਜਾ AC ਤੇ ਇੱਧਰ BC, ਤਾਂ ਇਹਨਾਂ ਦੋਨਾਂ ਦੇ ਵਰਗਾਂ ਦੇ ਜੋੜ ਦੇ ਬਰਾਬਰ ਹੁੰਦਾ ਹੈ, AC ਵਰਗ ਪਲੱਸ BC ਵਰਗ। ਤਾਂ ਇਹ ਵਾਲਾ ਜਿਹੜਾ ਕਥਨ ਹੈਗਾ ਇਸ ਨੂੰ ਹੀ ਆਪਾਂ ਪਾਇਥਾਗੋਰਸ ਥਿਓਰਮ ਦੇ ਨਾਮ ਨਾਲ ਜਾਣਦੇ ਹਾਂ। ਠੀਕ ਹੈ, ਤਾਂ ਆਓ ਆਪਾਂ ਇਸ ਥਿਓਰਮ ਨੂੰ ਹੱਲ ਕਰਦੇ ਹਾਂ, ਦੇਖਦੇ ਹਾਂ ਇਸ ਨੂੰ ਕਿਵੇਂ ਸਿੱਧ ਕਰਦੇ ਹਾਂ। ठीक है, आइए। ठीक है, इसका कथन मैं दोबारा लिख छड्डिया ਤੁਹਾਡੇ ਲਈ। ਇੱਕ ਸਮਕੋਣ ਤ੍ਰਿਭੁਜ ਵਿੱਚ ਕर्ण ਦਾ ਵਰਗ ਬਾਕੀ ਦੋ ਭੁਜਾਵਾਂ ਦੇ ਵਰਗਾਂ ਦੇ ਜੋੜ ਦੇ ਬਰਾਬਰ ਹੁੰਦਾ ਹੈ। ਠੀਕ ਹੈ, ਤਾਂ ਇਸ ਦੇ ਲਈ ਜਿਹੜਾ ਹੈ ਤੁਸੀਂ ਸਟੈਂਡਰਡ ਫਾਰਮੈਟ ਹੈਗਾ ਆਪਣਾ ਥਿਓਰਮ ਨੂੰ ਸਿੱਧ ਕਰਨ ਦਾ ਦਿੱਤਾ ਹੈ। ਕੀ ਦਿੱਤਾ ਹੈ? ਇੱਕ ਸਮਕੋਣ ਤ੍ਰਿਭੁਜ। ਠੀਕ ਹੈ, ਇੱਕ ਸਮਕੋਣ ਤ੍ਰਿਭੁਜ ਜਿਸ ਵਿੱਚ ਕਿਤੇ ਇੱਕ 90 ਡਿਗਰੀ ਦਾ ਕੋਣ ਹੈ। ਤਾਂ ਆਪਾਂ ਪਹਿਲਾਂ ਸਭ ਤੋਂ ਪਹਿਲਾਂ ਜਿਹੜਾ ਹੈ ਆਹੀ ਕੰਮ ਕਰਦੇ ਹਾਂ ਕਿ ਕਿਤੇ ਕੋਣ ਬਣਾਉਂਦੇ ਹਾਂ ਆਪਾਂ। ਠੀਕ ਹੈ, ਇਹ ਵਾਲਾ ਕੋਣ ਜਿਹੜਾ ਹੈ ਇਹ ਸਮਕੋਣ ਹੈ, ਇਸ ਦਾ ਨਾਮ ABC ਰੱਖ ਲੈਂਦੇ ਹਾਂ ਆਪਾਂ। ਠੀਕ ਹੈ, ਸਮਕੋਣ ਤ੍ਰਿਭੁਜ ਦਾ ਨਾਮ ਕੀ ਹੈ? ਇੱਕ ABC। ਇੱਕ ਸਮਕੋਣ ਤ੍ਰਿਭੁਜ ABC ਜਿਸ ਵਿੱਚ ਇੱਕ ਕੋਣ 90 ਡਿਗਰੀ ਹੋਵੇ, ਤਾਂ ਜਿਸ ਵਿੱਚ ਕੋਣ A ਜਿਹੜਾ ਹੈ ਉਹ 90 ਡਿਗਰੀ ਹੈ, ਕੋਣ A ਬਰਾਬਰ 90 ਡਿਗਰੀ ਸਮਕੋਣ ਦਿੱਤਾ ਹੋਇਆ। ਠੀਕ ਹੈ, ਸਿੱਧ ਕੀ ਕਰਨਾ ਹੈ? ਸਿੱਧ ਕਰਨਾ ਹੈ ਆਪਾਂ ਨੇ ਕਿ ਇਸ ਦਾ ਸਿੱਧ ਕਰਨਾ ਹੈ ਕਿ ਇਸ ਤੇ ਕर्ण ਦਾ ਵਰਗ, कर्ण ਜਿਹੜਾ ਹੈ ਉਹ BC ਹੈ। ਠੀਕ ਹੈ, कर्ण ਹੁਣ ਕਿਹੜਾ ਹੈ? 90 ਡਿਗਰੀ, ਆਹ ਵਾਲਾ 90 ਡਿਗਰੀ ਹੈ, ਇਹਦੇ ਸਾਹਮਣੇ ਵਾਲੀ ਭੁਜਾ ਆਹ ਵਾਲੀ ਭੁਜਾ। ਠੀਕ ਹੈ, ਤਾਂ कर्ण ਦਾ ਵਰਗ ਬਾਕੀ ਦੋ ਭੁਜਾਵਾਂ ਕਿਹੜੀਆਂ ਨੇ? AB ਵਰਗ ਪਲੱਸ AC ਵਰਗ। ਤਾਂ ਇਹਨਾਂ ਦੇ ਵਰਗਾਂ ਦੇ ਜੋੜ ਦੇ ਬਰਾਬਰ ਹੋਏਗਾ कर्ण ਦਾ ਵਰਗ। ਠੀਕ ਹੈ, ਇਹ ਆਪਾਂ ਨੇ ਸਿੱਧ ਕਰਨਾ ਹੈ। ਠੀਕ ਹੈ, ਇਸ ਦੇ ਲਈ ਜੇ ਰਚਨਾ ਦੀ ਕੋਈ ਲੋੜ ਪੈਂਦੀ ਹੈ ਤਾਂ ਆਪਾਂ ਉਸ ਦੇ ਲਈ ਲਿਖਦੇ ਹਾਂ ਰਚਨਾ। ਤਾਂ ਰਚਨਾ ਆਪਾਂ ਨੂੰ ਕਰਨੀ ਪੈਣੀ ਹੈ। ਇਹਦੇ ਲਈ ਕੀ ਰਚਨਾ ਕਰਦੇ ਹਾਂ ਆਪਾਂ? ਤਾਂ ਰਚਨਾ ਆਪਾਂ ਇਹ ਕਰਦੇ ਹਾਂ ਕਿ ਇੱਕ ਜਿਹੜਾ ਹੈ ਸਿਖਰ A ਤੋਂ ਜਿਹੜਾ ਇੱਕ ਲੰਬ ਆਪਾਂ ਨੇ ਬਣਾਉਣਾ ਹੈ। ਠੀਕ ਹੈ, ਇੱਕ ਲੰਬ ਬਣਾਉਣਾ ਹੈ, ਕਿਹੜੀ ਭੁਜਾ ਤੇ? ਸਾਹਮਣੇ ਵਾਲੀ ਭੁਜਾ ਮਤਲਬ BC ਦੇ ਉੱਪਰ। ਠੀਕ ਹੈ, ਤਾਂ ਇਸ ਦਾ ਨਾਮ ਮੈਂ D ਰੱਖ ਦਿੰਦਾ, ਜਿੱਥੇ ਆ BC ਭੁਜਾ ਨੂੰ ਕੱਟਦਾ ਹੈ ਲੰਬ। ਠੀਕ ਹੈ, ਤਾਂ BC ਦੇ ਉੱਪਰ ਲੰਬ AD ਬਣਾਇਆ ਆਪਾਂ ਨੇ, ਮਤਲਬ ਆਹ ਵਾਲੇ ਕੋਣ 90 ਡਿਗਰੀ ਦੇ ਹੋ ਗਏ ਦੋਨੇ ਪਾਸੇ। ਠੀਕ ਹੈ, ਇੱਧਰ ਵੀ 90 ਇੱਧਰ ਵੀ 90। ਤਾਂ ਇਹ ਰਚਨਾ ਇਹਦੀ। ਤਾਂ AD ਲੰਬ BC ਖਿੱਚੋ। ਠੀਕ ਹੈ, ਤਾਂ ਇਹ ਆਪਾਂ ਨੇ ਕੰਮ ਕੀਤਾ। ਹੁਣ ਆਪਾਂ ਸਬੂਤ ਤੇ ਆਉਂਦੇ ਹਾਂ। ਸਬੂਤ ਕੀ ਹੈਗਾ ਇਹਦਾ? ਠੀਕ ਹੈ, ਸਬੂਤ, ਅਸਲ ਸਬੂਤ ਜਿਹੜਾ ਉਹ ਹੁਣ ਸ਼ੁਰੂ ਹੁੰਦਾ ਹੈ ਕਿ ਆਪਾਂ ਨੇ ਇਸ ਦੇ ਵਿੱਚ कर्ण ਦਾ ਵਰਗ ਜਿਹੜਾ ਹੈ BC ਦਾ ਵਰਗ ਬਰਾਬਰ AB ਵਰਗ ਜਮਾ AC ਵਰਗ ਆਪਾਂ ਸਿੱਧ ਕਰ ਸਕੀਏ। ਆਓ ਦੇਖਦੇ ਹਾਂ ਕਿ ਕਿਸ ਤਰ੍ਹਾਂ ਕਰ ਸਕਦੇ ਹਾਂ। ਤਾਂ ਸਭ ਤੋਂ ਪਹਿਲਾਂ ਆਪਣੇ ਕੋਲੇ ਦੋ ਤਿਕੋਣਾ ਹਨ। ਅਸਲ 'ਚ ਤਾਂ ਇੱਥੇ ਤਿੰਨ ਤਿਕੋਣਾ ਨੇ। ਠੀਕ ਹੈ, ਇੱਕ ABD ਹੈ, ਇੱਕ ਤਿਕੋਣ ADC ਹੈ ਤੇ ਇੱਕ ਵੱਡੀ ਤਿਕੋਣ ABC ਹੈ ਜਿਹੜੀ ਕਿ ਤੁਹਾਡੇ ਸਾਹਮਣੇ ਨਜ਼ਰ ਆ ਰਹੀ ਹੈ। ਤਾਂ ਸਭ ਤੋਂ ਪਹਿਲਾਂ ਜਿਹੜਾ ਹੈ ਇੱਕ ਛੋਟੀ ਤਿਕੋਣ, ਕਿਹੜੀ? ਧਿਆਨ ਨਾਲ ਦੇਖੋ, ABD ਅਤੇ ਤ੍ਰਿਭੁਜ ABC ਵਿੱਚ ਇੱਕ ਛੋਟੀ ਤਿਕੋਣ, ਆਹ ਵਾਲੀ ਤਿਕੋਣ। ਠੀਕ ਹੈ, ABD। ਠੀਕ ਹੈ, ਆਹ ਵਾਲੀ ਤਿਕੋਣ ਜਿਹੜੀ ਬਣਦੀ ਹੈਗੀ ਹੈ ਆਹ ਵਾਲੀ ਤਿਕੋਣ। ਠੀਕ ਹੈ, ਤੇ ਇਸ ਤਿਕੋਣ ਦੇ ਵਿੱਚ ਜਿਹੜਾ ਹੈ ਤੁਹਾਡੇ ਕੋਲ ਇੱਕ ਆਹ ਤਿਕੋਣ ਸੀਗੀ, ਇੱਕ ਆ ਵੱਡੀ ਤਿਕੋਣ, ਪੂਰੀ ਤਿਕੋਣ ਜਿਹੜੀ ਹੈਗੀ ABC ਦਿੱਤੀ ਹੋਈ ਸੀਗੀ। ਇਹਨਾਂ ਦੋ ਤਿਕੋਣਾਂ ਦੇ ਵਿੱਚ ਆਪਾਂ ਦੇਖਦੇ ਹਾਂ ਤਾਂ ਕੀ ਇਹ ਦੋ ਤਿਕੋਣਾਂ ਸਮਰੂਪ ਹਨ? ਤਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਦੋ ਤਿਕੋਣਾਂ ਸਮਰੂਪ ਬਣਦੀਆਂ ਨੇ। ਕਿਉਂ ਬਣਦੀਆਂ ਨੇ? ਤਾਂ ਉਹਦੇ ਬਾਰੇ ਆਪਾਂ ਹੁਣ ਲਿਖਦੇ ਹਾਂ। ਤਾਂ ਕੋਣ B ਜਿਹੜਾ ਹੈ ਉਹ ਦੋਨਾਂ ਤਿਕੋਣਾਂ ਦੇ ਵਿੱਚ ਹੀ ਸਾਂਝਾ ਹੈ। ਛੋਟੀ ਤਿਕੋਣ ABD ਦੇ ਵਿੱਚ ਕੋਣ B
ਅਤੇ ਵੱਡੇ ਤਿਕੋਣ ABC ਦਾ ਵੀ ਕੋਣ B ਇੱਕੋ ਜਿਹੇ ਹੋਣਗੇ, ਬਰਾਬਰ ਹੋਣਗੇ। ਤਾਂ ਆਪਾਂ ਐਵੇਂ ਲਿਖਦੇ ਹਾਂ ਕੋਣ B ਬਰਾਬਰ ਕੋਣ B। ਤੇ ਕਿਉਂ ਬਰਾਬਰ ਨਹੀਂ? ਕਿਉਂਕਿ ਸਾਂਝਾ ਕੋਣ ਹੈ, ਦੋਨਾਂ ਤਿਕੋਣਾਂ ਦਾ ਇੱਕ ਕੋਣ ਹੈ। ਠੀਕ ਹੈ। ਤਾਂ ਇਸ ਤੋਂ ਬਾਅਦ ਤੁਸੀਂ ਦੇਖ ਰਹੇ ਹੋ ਕਿ ਇਸ ਛੋਟੀ ਤਿਕੋਣ ਦੇ ਵਿੱਚ ਵੀ ਜਿਹੜਾ ਹੈ ਇੱਕ ਕੋਣ 90 ਡਿਗਰੀ ਬਣਦਾ ਇੱਥੇ। ਠੀਕ ਹੈ, ਕਿਉਂਕਿ ਆਪਾਂ ਨੇ ਲੰਬ ਰਚਨਾ ਤੋਂ ਬਣਾਇਆ ਹੈ। ਠੀਕ ਹੈ, ਤਾਂ ਕੋਣ BDA ਛੋਟੀ ਤਿਕੋਣ ਦਾ BDA ਕੋਣ ਅਤੇ ਵੱਡੀ ਤਿਕੋਣ ਦਾ BAC ਕੋਣ, BAC ਕੋਣ, ਇਹ ਦੋਨੇ ਬਰਾਬਰ ਹਨ। ਕਿਉਂ ਹਨ? ਕਿਉਂਕਿ ਹਰੇਕ ਕੋਣ ਜਿਹੜਾ ਹੈ ਤੁਹਾਡੇ ਕੋਲ ਹਰੇਕ ਬਰਾਬਰ 90 ਡਿਗਰੀ, ਇਹ ਦੋਨੇ ਕੋਣ 90 ਡਿਗਰੀ ਦੇ ਹਨ। ਇਸ ਕਰਕੇ ਇਹ ਦੋਨੇ ਕੋਣ ਬਰਾਬਰ ਹੋਣਗੇ। ਤੇ ਜਦੋਂ ਇਹ ਦੋ ਤਿਕੋਣਾਂ ਦੇ ਕੋਣ ਬਰਾਬਰ ਹੋ ਜਾਣ ਕ੍ਰਮਵਾਰ, ਠੀਕ ਹੈ, ਸੰਗਤ ਕੋਣ ਬਰਾਬਰ ਹੋ ਜਾਣ, ਤਾਂ ਆਪਾਂ ਇਹ ਕਹਿੰਦੇ ਹਾਂ ਕਿ ਦੋ ਤਿਕੋਣਾਂ ਸਮਰੂਪ ਹਨ। ਠੀਕ ਹੈ, ਤਾਂ ਸਮਰੂਪ ਜਿਹੜੀਆਂ ਨੇ ਇਹ ਕਿਸ ਨਿਯਮ ਤੋਂ ਨੇ? ਤਾਂ ਇਹ ਸਮਰੂਪਤਾ ਕਹਿੰਦੇ ਆ ਇਸ ਨੂੰ। ਜਦੋਂ ਕੋਣਾਂ ਦੇ ਨਾਲ ਸਮਰੂਪਤਾ ਹੋਵੇ ਤਾਂ ਇਸ ਨੂੰ ਇਹ ਸਮਰੂਪਤਾ ਜਾਂ ਫਿਰ ਕੋਣ ਕੋਣ ਸਮਰੂਪਤਾ ਕਹਿੰਦੇ ਆ। ਤਾਂ ਇਸ ਕਰਕੇ ਤ੍ਰਿਭੁਜ ABD ਅਤੇ ਤ੍ਰਿਭੁਜ, ਹੁਣ ਇੱਥੇ ABC ਲਿਖਣਾ ਜਿਹੜਾ ਉਹ ਗਲਤ ਹੋ ਜਾਏਗਾ। ਠੀਕ ਹੈ, ਇਸ ਨੂੰ ਆਪਾਂ ਬਦਲਾਂਗੇ। ਕਿਸ ਤਰੀਕੇ ਨਾਲ ਬਦਲਣਾ ਹੈ ਧਿਆਨ ਕਰਨਾ ਜਰਾ। ਤਾਂ ਤ੍ਰਿਭੁਜ ਦੇਖੋ, ਹੁਣ A ਸਿਖਰ ਜਿਹੜਾ ਹੈਗਾ, A ਸਿਖਰ ਦੇ ਉੱਪਰ ਤੁਹਾਡੇ ਕੋਲੇ ਜਿਹੜਾ ਹੈ ਕੋਣ ਕਿਸ ਤਰ੍ਹਾਂ ਬਣਦਾ ਹੈ? ਪਹਿਲੇ B ਨੂੰ ਦੇਖੋ ਜਰਾ। ਚਲੋ ਠੀਕ ਹੈ, B ਕੋਣ ਜਿਹੜਾ ਹੈ ਤੁਹਾਡੇ ਕੋਲ ਆਹ ਵਾਲਾ ਕੋਣ ਹੈ। ਤਾਂ ਇਹ ਕੋਣ ਦੂਸਰੀ ਤਿਕੋਣ ਦੇ ਦੋਨੇ, ਮਤਲਬ ਦੋਨੇ ਤਿਕੋਣਾਂ ਦੇ ਵਿੱਚ ਹੀ B ਕੋਣ ਸਾਂਝਾ ਹੈਗਾ, ਆਪਾਂ ਨੇ ਲਿਖਿਆ ਸੀਗਾ। ਠੀਕ ਹੈ, ਤਾਂ ਇਹਦਾ ਮਤਲਬ ਕੀ ਹੋਇਆ ਕਿ B ਸਿਖਰ ਤੇ B ਸਿਖਰ ਦੋਨਾਂ ਤਿਕੋਣਾਂ ਦੇ ਸਾਂਝੇ ਹਨ। ਠੀਕ ਹੈ, ਤਾਂ ਜਿੱਥੇ B ਇਸ ਥਾਂ ਤੇ ਆ ਰਿਹਾ, ਦੂਸਰੇ ਨੰਬਰ ਤੇ ਆ ਰਿਹਾ, ਤਾਂ ਇੱਥੇ ਵੀ ਜਿਹੜਾ ਹੈ B ਵਿਚਾਲੇ ਹੀ ਆਏਗਾ। ਠੀਕ ਹੈ, ਇਹ ਸੰਗਤ ਸਿਖਰ ਲਿਖ ਰਹੇ ਆ ਆਪਾਂ, ਸੰਗਤ ਕੋਣ ਲਿਖ ਰਹੇ ਆ, ਐਵੇਂ ਕਹਿ ਲਓ, ਕਿਵੇਂ ਕਹਿ ਲਓ। ਤਾਂ ਇਹ ਜਿਹੜਾ ਕੋਣ ਹੈਗਾ, ਹੁਣ A ਜਾਂ D ਦੇ ਦੇਖਦੇ ਹਾਂ। D ਤੇ ਪਹਿਲੇ ਤਿਕੋਣ ਦੇ ਵਿੱਚ 90 ਡਿਗਰੀ ਜਿਹੜਾ ਹੈ ਉਹ ਛੋਟੇ ਤਿਕੋਣ ਦੇ ਵਿੱਚ ਆਹ ਵਾਲਾ ਕੋਣ ਹੈ ਤੇ ਵੱਡੀ ਤਿਕੋਣ ਦੇ ਵਿੱਚ ਆ। ਮਤਲਬ ਕਹਿਣ ਦਾ ਕਿ ਆਹ ਵਾਲਾ ਕੋਣ ਜਾਂ D ਸਿਖਰ ਅਤੇ A ਸਿਖਰ ਜਿਹੜੇ ਹੈਗੇ ਇਹ ਸੰਗਤ ਹੈਗੀ ਹੈ। ਤਾਂ ਜਿੱਥੇ D ਆਏਗਾ ਉੱਥੇ A ਆਏਗਾ, ਜਿੱਥੇ D ਆਏਗਾ ਉੱਥੇ A ਆਏਗਾ। ਤਾਂ D ਜਿਹੜਾ ਤੀਸਰੇ ਨੰਬਰ ਤੇ ਆ ਰਿਹਾ, ਤਾਂ A ਜਿਹੜਾ ਉਹ ਇੱਥੇ ਆਏਗਾ। ਤਾਂ ਤੀਸਰਾ ਸਿਖਰ ਤੁਸੀਂ ਦੇਖ ਰਹੇ ਹੋ ਕਿ ਆਪਣੇ ਆਪ ਹੀ C ਰਹਿ ਗਿਆ। ਠੀਕ ਹੈ, ABC ਦੇ ਵਿੱਚੋਂ C ਰਹਿ ਗਿਆ। ਤਾਂ CBA ਤਿਕੋਣਾ, CBA ਤਿਕੋਣ ਅਤੇ ABD ਤਿਕੋਣ ਕੀ ਹਨ? ਸਮਰੂਪ ਹਨ। ਕਿਸ ਨਿਯਮ ਤਹਿਤ? ਤਾਂ ਇਹ ਸਮਰੂਪਤਾ ਕਹਿੰਦੇ ਆ, ਜਦੋਂ ਦੋ ਕੋਣ ਬਰਾਬਰ ਹੋਣ ਤਾਂ। ਠੀਕ ਹੈ, ਤਾਂ ਇਹ ਸਮਰੂਪਤਾ ਨਿਯਮ ਤੋਂ ਜਾਂ ਸਮਰੂਪਤਾ ਦੀ ਕਸੌਟੀ ਤੋਂ ਆਪਾਂ ਇਹ ਕਹਿ ਸਕਦੇ ਹਾਂ ਕਿ ਦੋ ਤਿਕੋਣਾਂ ਸਮਰੂਪ ਹਨ। ਸਮਰੂਪ ਸਿਮਿਲਰ ਟ੍ਰਾਇੰਗਲਸ ਹੁੰਦੀਆਂ ਜੀ, ਸਿਮਿਲਰ। ਠੀਕ ਹੈ, ਤਾਂ ਇਹ ਦੋ ਤਿਕੋਣਾਂ ਸਮਰੂਪ ਹੋਈਆਂ ਜੀ। ਹੁਣ ਆਪਣੇ ਕੋਲ ਇੱਕ ਨਤੀਜਾ ਹੈਗਾ ਕਿ ਜੇ ਦੋ ਤਿਕੋਣਾਂ ਸਮਰੂਪ ਹੁੰਦੀਆਂ ਤਾਂ ਉਹਨਾਂ ਦੇ ਸੰਗਤ ਭਾਗ ਵੀ ਜਿਹੜੇ ਹੈ ਸੰਗਤ ਭੁਜਾਵਾਂ ਦੇ ਅਨੁਪਾਤ ਬਰਾਬਰ ਹੁੰਦੇ ਹਨ। ਸੰਗਤ ਭੁਜਾਵਾਂ ਕਿਵੇਂ ਲਿਖਣੀਆਂ ਨੇ ਉਹ ਦੇਖੋ ਜਰਾ। ਤਾਂ ਸੰਗਤ ਭੁਜਾ AB ਦੀ ਸੰਗਤ ਭੁਜਾ ਜਿਹੜੀ ਹੈ ਤੁਹਾਡੇ ਕੋਲੇ, AB ਦੀ ਸੰਗਤ ਭੁਜਾ ਤੁਹਾਡੇ ਕੋਲ ਹੈ, ਆ ਪਹਿਲੇ ਦੋ ਨੇ, ਇਧਰੋਂ ਵੀ ਪਹਿਲੇ ਦੋ ਲਿਖਣੇ ਨੇ। ਤਾਂ CB ਲਿਖਾਂਗੇ ਬਰਾਬਰ ਆਖਰੀ ਦੋ BD, ਠੀਕ ਹੈ, ਬਟਾ ਆਖਰੀ ਦੋ BA, ਜਾਂ BA ਨੂੰ ਜਿਹੜਾ ਤੁਸੀਂ AB ਵੀ ਲਿਖ ਸਕਦੇ ਹੋ, ਆਖਰੀ ਦੋ BA ਹੁੰਦਾ ਹੈ, ਪਰ BA ਲੰਬਾਈ ਤੇ AB ਲੰਬਾਈ ਇੱਕੋ ਜਿਹੀ ਹੁੰਦੀ ਹੈ। ਠੀਕ ਹੈ, ਤਾਂ ਇਸ ਤਰੀਕੇ ਨਾਲ ਤੁਸੀਂ ਇਸ ਨੂੰ ਲਿਖਣਾ ਹੈ। ਤਾਂ ਜਦੋਂ ਤੁਹਾਡੇ ਕੋਲੇ ਇਹ ਆ ਗਿਆ ਤਾਂ ਇਸ ਤੋਂ ਤੁਸੀਂ ਕੀ ਲਿਖ ਸਕਦੇ ਹੋ? ਤਾਂ ਇਹਦੇ ਵਿੱਚ ਜਿਹੜਾ ਤੁਸੀਂ ਆ AB ਜਿਹੜਾ ਉਹ ਇੱਧਰ ਲੈ ਜਾਓ ਤੇ ਇਸ ਨੂੰ ਇੱਧਰ ਲੈ ਆਓ। ਠੀਕ ਹੈ, ਤਾਂ ਕੀ ਬਣੇਗਾ ਤੁਹਾਡੇ ਕੋਲ? ਦੇਖਦੇ ਹਾਂ, AB ਗੁਣਾ AB, AB ਵਰਗ ਹੋ ਗਿਆ। ਠੀਕ ਹੈ, ਬਰਾਬਰ BD ਗੁਣਾ BC, BC ਜਾਂ CB ਇੱਕੋ ਹੀ ਚੀਜ਼ ਹੈਗੀ, ਇਸ ਕਰਕੇ ਮੈਂ ਇਸ ਨੂੰ BC ਲਿਖ ਦਿੰਦਾ। ਠੀਕ ਹੈ, ਕੋਈ ਫਰਕ ਨਹੀਂ ਹੈਗਾ। BC ਇੱਥੇ CB ਸੀਗਾ, ਪਰੰਤੂ ਮੈਂ ਇੱਥੇ BC ਲਿਖ ਲਿਆ। ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਲੰਬਾਈ ਜਿਹੜੀ ਹੈ B ਤੋਂ C ਤੱਕ ਤੇ C ਤੋਂ B ਤੱਕ ਇੱਕੋ ਜਿਹੀ ਹੁੰਦੀ ਹੈ। ਠੀਕ ਹੈ, ਤਾਂ ਇਸ ਨੂੰ ਆਪਾਂ ਮਾਰਕ ਕਰਕੇ ਰੱਖਦੇ ਹਾਂ। ਹੁਣ ਇਸ ਨੂੰ ਆਪਣੇ ਇਸ ਡਾਇਗਰਾਮ ਦੇ ਵਿੱਚ ਧਿਆਨ ਨਾਲ ਦੇਖਿਆ ਜਾਏ ਕਿਸ ਤਰ੍ਹਾਂ ਦਿਖਦਾ ਹੈ। ਤਾਂ AB ਦਾ ਵਰਗ ਆਹ ਵਾਲੀ ਛੋਟੀ ਭੁਜਾ ਦਾ ਵਰਗ ਕੀ ਹੈਗਾ? BD ਆਹ ਵਾਲਾ ਟੁਕੜਾ, ਮੈਂ ਇਸ ਨੂੰ ਮਾਰਕ ਕਰਦਾ, ਇਸ ਟੁਕੜੇ ਦਾ ਵਰਗ ਬਰਾਬਰ ਆਹ ਟੁਕੜਾ ਤੇ ਇਹ ਸਾਰਾ ਟੁਕੜਾ। ਠੀਕ ਹੈ, BC, ਇਹਨਾਂ ਦੋਵਾਂ ਦਾ ਜਿਹੜਾ ਹੈ ਇਹਨਾਂ ਦੋਨਾਂ ਦੀ ਗੁਣਾ ਇਸ ਦੇ ਵਰਗ ਦੇ ਬਰਾਬਰ ਹੁੰਦੀ ਹੈ, AB ਦੇ ਵਰਗ ਦੇ ਬਰਾਬਰ ਹੁੰਦੀ ਹੈ। ਠੀਕ ਹੈ, AB ਵਰਗ ਆਹ ਵਾਲਾ ਬਰਾਬਰ BD ਗੁਣਾ BC। ਤਾਂ ਜੇ ਹੁਣ ਤੁਹਾਡੇ ਕੋਲੇ ਇਸੇ ਤਰੀਕੇ ਨਾਲ ਇਸ ਤਰ੍ਹਾਂ ਦੀ ਇਸ ਤਿਕੋਣ ਨੂੰ ਵੀ ਸਮਰੂਪ ਕੀਤਾ ਜਾ ਸਕਦਾ ਪੂਰੀ ਤਿਕੋਣ ਦੇ। ਕਿਹੜੀ ਤਿਕੋਣ ਨੂੰ? ABD ਤਿਕੋਣ ਨੂੰ। ਇਸ ਡਾਇਗਰਾਮ ਨੂੰ ਮੈਂ ਥੱਲੇ ਲੈ ਆਂਦਾ ਇੱਕ ਵਾਰੀ। ਹਾਂਜੀ ਬੱਚਿਓ, ਤਾਂ ਤੁਸੀਂ ਹੁਣ ਦੇਖ ਰਹੇ ਹੋ
ਕਿ ਇਸ त्रिभुज ADC त्रिभुज ਅਤੇ ABC त्रिभुज ਕਿਸੇ ਪੈਟਰਨ ਦੇ ਵਿੱਚ ਇਹ ਵੀ ਦੋਨੇ ਸਮਰੂਪ ਹੋ ਜਾਣਗੀਆਂ। ਕਿਸ ਤਰ੍ਹਾਂ ਹੁੰਦੀਆਂ ਤਾਂ ਆਓ ਦੇਖਦੇ ਹਾਂ। ਤਾਂ ਇਸੇ ਤਰ੍ਹਾਂ ਆਪਾਂ ਸਿੱਧ ਕੀ ਕਰ ਸਕਦੇ ਹਾਂ, ਇਸੇ ਤਰ੍ਹਾਂ ਜਾਂ ਤੁਸੀਂ ਸਿੱਧਾ ਵੀ ਲਿਖੋ AB ਦਾ ਵਰਗ ਆਪਾਂ ਦੇਖਿਆ ਸੀਗਾ ਕਿ AB ਦਾ ਵਰਗ BD ਗੁਣਾ BC ਹੁੰਦਾ ਹੈ, ਤਾਂ AC ਦਾ ਵਰਗ ਕੀ ਹੋਵੇਗਾ। ਠੀਕ ਹੈ, ਬਾਈ ਸਿਮੈਟਰੀ ਜਿਹੜਾ ਹੈ ਉਹ ਆਪਾਂ ਕਹਿ ਸਕਦੇ ਹਾਂ ਕਿ BC ਦਾ ਵਰਗ ਜਿਹੜਾ ਹੈ ਇਸੇ ਤਰ੍ਹਾਂ ਤਾਂ AC ਵਰਗ ਜਿਹੜਾ ਹੈ ਉਹ ਬਰਾਬਰ ਹੋਵੇਗਾ ਕਿਹੜਾ, AC ਵਰਗ ਆਹ ਵਾਲੀ ਭੁਜਾ ਬਰਾਬਰ ਆਹ ਵਾਲਾ ਟੁਕੜਾ ਤੇ ਆਹ ਸਾਰਾ ਟੁਕੜਾ। ਠੀਕ ਹੈ, ਇਹਨਾਂ ਦੀ ਗੁਣਾ ਦੇ ਬਰਾਬਰ ਹੋਵੇਗਾ। ਜਿਵੇਂ ਆਪਾਂ ਨੇ ਪਹਿਲਾਂ ਲਿਖਿਆ AC ਵਰਗ ਬਰਾਬਰ DC ਗੁਣਾ BC। ਠੀਕ ਹੈ, ਇਸ ਨੂੰ 2 ਨੰਬਰ ਕਵਾਂਗੇ। ਇਹ ਕਿਵੇਂ ਆਏਗਾ, ਇਹ ਤੁਹਾਡਾ त्रिभुज ADC ਅਤੇ त्रिभुज ABC ਦੀ ਸਮਰੂਪਤਾ ਤੋਂ। ਠੀਕ ਹੈ, ਦੀ ਸਮਰੂਪਤਾ ਤੋਂ ਆਪਾਂ ਲਿਖ ਸਕਦੇ ਹਾਂ ਇਸ ਤਰ੍ਹਾਂ ਜਿਵੇਂ ਆਪਾਂ ਨੇ ਪਹਿਲਾਂ ਲਿਖਿਆ ਸੀਗਾ। ਠੀਕ ਹੈ, ਆ ਲਿਖਣ ਦੀ ਲੋੜ ਨਹੀਂ ਹੈਗੀ ਤੁਹਾਨੂੰ। ਠੀਕ ਹੈ, ਜਸਟ ਇਸੇ ਤਰ੍ਹਾਂ ਲਿਖ ਕੇ ਤੇ ਤੁਸੀਂ ਆਪਣਾ ਕੰਮ ਚਲਾ ਦੇਣਾ। ਆਹ ਵਾਲਾ ਤੁਹਾਨੂੰ ਲਿਖਣ ਦੀ ਲੋੜ ਨਹੀਂ ਹੈ, ਇਹ ਤੁਹਾਨੂੰ ਸਿਰਫ ਦੱਸਣ ਦੇ ਲਈ ਮੈਂ ਲਿਖਿਆ। ਹਾਂਜੀ, ਜਦੋਂ ਤੁਹਾਡੇ ਕੋਲੇ 1 ਤੇ 2 ਸਮੀਕਰਨ ਆ ਗਈਆਂ ਤਾਂ ਇਹਨਾਂ ਦਾ ਤੁਸੀਂ ਹੁਣ ਜੋੜ ਕਰਨਾ ਹੈ। ਠੀਕ ਹੈ, ਤਾਂ AB ਵਰਗ ਪਲੱਸ AC ਵਰਗ ਬਰਾਬਰ BD ਗੁਣਾ BC ਪਲੱਸ DC ਗੁਣਾ BC। ਠੀਕ ਹੈ, ਕੀ ਕੀਤਾ ਆਪਾਂ ਨੇ, ਇਹਨਾਂ ਦਾ ਜੋੜ ਆਹ ਵਾਲਾ ਇੱਥੇ ਲਿਖਿਆ, ਇਹਨਾਂ ਦੋਨਾਂ ਦਾ ਜੋੜ ਇੱਥੇ ਲਿਖਿਆ। ਠੀਕ ਹੈ, ਤਾਂ ਇਹ ਜੋੜ ਆਪਾਂ ਨੇ ਇਸ ਤਰ੍ਹਾਂ ਲਿਖਣੇ ਨੇ। ਹੁਣ ਆਪਣੇ ਕੋਲ BC ਸੀਗਾ ਇੱਥੇ। ਹੁਣ ਤੁਸੀਂ ਦੇਖੋ ਕਿ BC ਤੇ BC ਜਿਹੜਾ ਉਹ ਆਪਣੀਆਂ ਸਾਂਝੀਆਂ ਭੁਜਾਵਾਂ ਨੇ, ਇੱਕ ਕਾਮਨ ਆ ਰਿਹਾ ਤਾਂ BC ਨੂੰ ਕਾਮਨ ਲੈਂਦੇ ਆ ਤਾਂ ਪਿੱਛੇ ਕੀ ਰਹੇਗਾ ਆਪਣੇ ਕੋਲੇ, ਖੱਬੇ ਪਾਸੇ ਇੱਥੇ ਜਿਹੜਾ BD ਰਹਿ ਜਾਏਗਾ, ਇੱਧਰ DC ਰਹਿ ਜਾਏਗਾ। ਠੀਕ ਹੈ, ਤਾਂ ਆਹ ਵਾਲਾ ਕਾਮਨ ਪਾਰਟ ਹੈਗਾ, ਤਾਂ AB ਸਕੁਅਰ ਪਲੱਸ AC ਸਕੁਅਰ ਬਰਾਬਰ BC ਗੁਣਾ BD ਪਲੱਸ DC। ਹੁਣ BD ਪਲੱਸ DC ਡਾਇਗਰਾਮ ਦੇ ਵਿੱਚ ਦੇਖੋ ਆਹ BD ਹੈ, ਆਹ DC ਹੈ, ਦੋਨਾਂ ਦਾ ਜੋੜ ਕਰਾਂਗੇ ਤਾਂ ਕੀ BC ਆ ਜਾਏਗਾ, ਆ ਜਾਏਗਾ। ਤਾਂ BC ਗੁਣਾ BC ਬਣਿਆ, ਤਾਂ BC ਗੁਣਾ BC ਜਿਹੜਾ ਉਹ BC ਦਾ ਵਰਗ ਹੁੰਦਾ ਹੈ। ਠੀਕ ਹੈ, ਇਹੀ ਆਪਾਂ ਨੇ ਸਿੱਧ ਕਰਨਾ ਸੀਗਾ ਕਿ ਦੋ ਭੁਜਾਵਾਂ ਦੇ ਵਰਗਾਂ ਦਾ ਜੋੜ BC ਵਰਗ, ਇਸ ਲਈ BC ਵਰਗ ਬਰਾਬਰ AB ਵਰਗ ਪਲੱਸ AC ਵਰਗ। ਠੀਕ ਹੈ ਜੀ, ਇਸ ਨੂੰ ਪਾਇਥਾਗੋਰਸ ਥਿਓਰਮ ਦਾ ਸਬੂਤ ਕਵਾਂਗੇ ਆਪਾਂ, ਇਹ ਸਬੂਤ ਹੈ। ਤਾਂ ਇਸ ਨੂੰ ਚੰਗੀ ਤਰ੍ਹਾਂ ਜਿਹੜਾ ਉਹ ਮਨ ਦੇ ਵਿੱਚ ਬਿਠਾ ਲਓ ਕਿ ਕਿਵੇਂ ਹੈਗਾ, ਕਿਸ ਤਰੀਕੇ ਨਾਲ ਇਸ ਨੂੰ ਹੱਲ ਕਰਨਾ ਹੈ ਆਪਾਂ ਨੇ। ਠੀਕ ਹੈ, ਤਾਂ ਸਕਰੀਨਸ਼ਾਟ ਲੈ ਕੇ ਰੱਖ ਲਓ, ਇਸ ਨੂੰ ਦੁਬਾਰਾ ਦੁਹਰਾ ਲਓ, ਕਾਪੀਆਂ ਦੇ ਉੱਪਰ ਉਤਾਰ ਲਓ। ਠੀਕ ਹੈ, ਤਾਂ ਕਿ ਤੁਸੀਂ ਇਸ ਨੂੰ ਪੇਪਰ ਦੇ ਵਿੱਚ ਕਰ ਸਕੋ। 6 ਨੰਬਰ ਦਾ ਕੁਐਸਚਨ ਹੈਗਾ, ਇਹ ਵੀ ਖਿਆਲ ਰੱਖਿਆ ਜਾਵੇ। ਠੀਕ ਹੈ, ਤੇ ਇੱਕ ਦੂਸਰੀ ਥਿਓਰਮ ਜਿਹੜੀ ਹੈਗੀ ਹੈ ਵਿਦਿਆਰਥੀਓ, ਇੱਕ ਗੱਲ ਮੈਂ ਤੁਹਾਡੇ ਨਾਲ ਹੋਰ ਸਾਂਝੀ ਕਰਨਾ ਚਾਹੁੰਦਾ ਕਿ ਤੁਹਾਡੇ ਕੋਰਸ ਦੇ ਵਿੱਚ 3 ਥਿਓਰਮ ਨੇ। ਠੀਕ ਹੈ, ਤਾਂ ਇੱਕ ਤਾਂ ਆਈ ਹੋਏਗੀ ਹੈ ਕਿ ਸਪਰਸ਼ ਰੇਖਾ ਦੀ ਪਾਇਥਾਗੋਰਸ ਥਿਓਰਮ। ਠੀਕ ਹੈ, ਤੇ ਦੂਸਰਾ ਜਿਹੜਾ ਤੁਹਾਡੇ ਸਾਹਮਣੇ ਸਕਰੀਨ ਦੇ ਉੱਪਰ ਨਜ਼ਰ ਆ ਰਹੀ ਹੈਗੀ ਹੈ ਇਹ ਸਪਰਸ਼ ਰੇਖਾਵਾਂ ਵਾਲੀ ਥਿਓਰਮ ਹੈਗੀ ਹੈ। ਠੀਕ ਹੈ, ਤੇ ਇੱਕ ਤੀਸਰੀ ਥਿਓਰਮ ਜਿਹੜੀ ਹੈਗੀ ਹੈ ਉਹ ਕਿਹੜੀ ਹੈ, ਤੀਸਰੀ ਥਿਓਰਮ ਹੈਗੀ ਹੈ ਥੇਲਸ ਥਿਓਰਮ। ਠੀਕ ਹੈ, ਤਾਂ ਇਹ 3 ਥਿਓਰਮ ਨੇ ਆਪਣੇ ਕੋਲੇ, ਤਾਂ ਇਹਨਾਂ ਤਿੰਨਾਂ ਵਿੱਚੋਂ ਕੋਈ ਵੀ 2 ਜਿਹੜੀਆਂ ਤੁਹਾਨੂੰ ਸੌਖੀਆਂ ਲੱਗਦੀਆਂ ਨੇ ਤਾਂ ਉਹ ਤੁਸੀਂ ਯਾਦ ਕਰ ਲੈਣੀਆਂ ਚੰਗੀ ਤਰ੍ਹਾਂ, ਤਾਂ ਕਿ ਤਿੰਨਾਂ ਦੇ ਵਿੱਚੋਂ 2 ਥਿਓਰਮ ਤੁਹਾਡੇ ਕੋਲੇ ਆਉਣਗੀਆਂ ਪੇਪਰ ਦੇ ਵਿੱਚ। ਠੀਕ ਹੈ, ਤੇ ਤੁਸੀਂ ਜਦੋਂ ਤੁਹਾਡੇ ਕੋਲੇ 2 ਥਿਓਰਮਾਂ ਤੁਹਾਨੂੰ ਆਉਂਦੀਆਂ ਹੋਣਗੀਆਂ ਤਾਂ ਤੁਹਾਨੂੰ ਜਿਹੜੀ ਆਉਂਦੀ ਹੋਏਗੀ ਦੋਨਾਂ ਚੋਂ ਉਹ ਪੇਪਰ ਦੇ ਵਿੱਚ ਜ਼ਰੂਰ ਹੀ ਬਣਦੀ ਹੋਏਗੀ ਕਿ ਆ ਜਾਏਗੀ। ਕਿਵੇਂ ਕਿਵੇਂ ਹੋਏਗਾ, ਜਾਂ ਤਾਂ ਥਿਓਰਮ ਜਿਹੜੀ ਕਿਸ ਤਰੀਕੇ ਨਾਲ ਆ ਸਕਦੀਆਂ ਨੇ, ਜਾਂ ਤਾਂ ਪਹਿਲੀ ਦੂਜੀ ਆਏਗੀ। ਠੀਕ ਹੈ, ਜਾਂ ਫਿਰ ਪਹਿਲੀ ਦੂਜੀ ਨਹੀਂ ਆਏਗੀ ਤਾਂ ਦੂਜੀ ਤੀਜੀ ਆਏਗੀ, ਤੇ ਦੂਜੀ ਤੀਜੀ ਨਹੀਂ ਆਏਗੀ ਤਾਂ ਤੀਜੀ ਤੇ ਪਹਿਲੀ ਆਏਗੀ। ਠੀਕ ਹੈ, ਤਾਂ ਇਹਨਾਂ ਵਿੱਚੋਂ ਤੁਸੀਂ ਜੇਕਰ 2 ਹੀ ਯਾਦ ਕਰ ਲੈਂਦੇ ਹੋ, ਮੰਨ ਲਓ ਤੁਸੀਂ ਪਹਿਲੀਆਂ 2 ਕਰ ਲੈਂਦੇ ਹੋ। ਠੀਕ ਹੈ, ਤੁਹਾਨੂੰ 1 ਵੀ ਆਉਂਦੀ ਹੈ 2 ਵੀ ਆਉਂਦੀ ਹੈ ਤਾਂ 1 ਜਾਂ 2 ਇੱਥੇ ਵੀ ਆਉਂਦਾ ਤਾਂ 1 ਦੇ ਨਾਲ ਦੂਸਰੀ ਆਉਂਦੀ ਹੈ ਤਾਂ ਕਰ ਹੀ ਲਓਗੇ, ਦੋਨੇ ਹੀ ਆ ਜਾਣਗੀਆਂ। ਤੇ ਜਾਂ ਫਿਰ 3 ਤੇ 1 ਦੇ ਨਾਲ ਆਏਗੀ ਤਾਂ ਤੁਸੀਂ ਆਹ ਵਾਲੀ ਥਿਓਰਮ ਜਿਹੜੀ ਉਹ ਕਰ ਸਕੋਗੇ। ਠੀਕ ਹੈ, ਤਾਂ ਇਸ ਤਰੀਕੇ ਨਾਲ ਤੁਸੀਂ ਕੋਈ ਵੀ ਥਿਓਰਮ ਜਿਹੜੀ ਹੈ ਲੈ ਲਓ, 2 ਥਿਓਰਮਾਂ ਕੋਈ ਵੀ ਲੈ ਲਓ, ਉਹਨਾਂ ਨੂੰ ਚੰਗੀ ਤਰ੍ਹਾਂ ਯਾਦ ਕਰ ਲਓ, ਸਮਝ ਲਓ, ਲਿਖ ਲਓ। ਠੀਕ ਹੈ, ਪ੍ਰੈਕਟਿਸ ਕਰ ਲਓ ਉਹਨਾਂ ਦੀ ਚੰਗੀ ਤਰ੍ਹਾਂ, ਤੇ ਫਿਰ ਇਹ ਥਿਓਰਮ ਜਿਹੜੀਆਂ ਵੀ ਮਰਜ਼ੀ ਆ ਜਾਣ, ਕਿਵੇਂ ਹੀ ਆ ਜਾਣ, ਤਾਂ ਤੁਸੀਂ ਉਹ ਜਿਹੜੀ ਇੱਕ ਘੱਟੋ ਘੱਟ ਇੱਕ ਜਿਹੀ ਥਿਓਰਮ ਉਹਨਾਂ 'ਚ ਹੋਵੇਗੀ ਜਿਹੜੀ ਤੁਹਾਨੂੰ ਆਉਂਦੀ ਹੀ ਹੋਵੇਗੀ। ਠੀਕ ਹੈ, ਮੇਰੇ ਖਿਆਲ ਮੈਂ ਇਸ ਨੂੰ ਬਹੁਤ ਜ਼ਿਆਦਾ ਡਿਟੇਲ ਨਾਲ ਦੱਸਣ ਦੀ ਕੋਸ਼ਿਸ਼ ਕੀਤੀ ਹੈਗੀ ਹੈ ਤਾਂ ਕਿ ਤੁਹਾਡਾ ਜਿਹੜਾ ਵਰਕਲੋਡ ਹੈਗਾ ਥੋੜਾ ਘੱਟ ਜੇ। ਆਓ ਆਪਾਂ ਹੁਣ ਇਸ ਥਿਓਰਮ ਨੂੰ ਹੱਲ ਕਰਦੇ ਹਾਂ। ਜਿਹੜੀ ਥਿਓਰਮ ਹੈਗੀ ਹੈ ਕਿ ਸਪਰਸ਼ ਰੇਖਾਵਾਂ ਦੀ ਲੰਬਾਈ ਸਮਾਨ ਹੁੰਦੀ ਹੈ। ਤਾਂ ਸਭ ਤੋਂ ਪਹਿਲਾਂ ਦਿੱਤਾ ਹੈ, ਠੀਕ ਹੈ, ਇਹ ਥਿਓਰਮ ਦਾ ਸਟੈਂਡਰਡ ਪੈਟਰਨ ਹੀ ਹੈਗਾ ਆਪਣਾ, ਜਿਵੇਂ ਜਿਸ ਤਰੀਕੇ ਨਾਲ ਆਪਾਂ ਲਿਖਦੇ ਹਾਂ। ਤਾਂ ਦਿੱਤਾ ਕੀ ਹੈ, ਇੱਕ ਚੱਕਰ ਜਿਸ ਦਾ ਕੇਂਦਰ O ਹੈ, ਇੱਕ ਚੱਕਰ ਜਿਸ ਦਾ ਕੇਂਦਰ O ਹੈ,
ठीक है, आप बना भी लेंगे नाल नाल। एक चक्कर है तुहाडे कोल, ठीक है, जिसका केंद्र जिहड़ा है ओ है, केंद्र ओ है, ये ओ केंद्र आप लगा लेंगे किते, ठीक है। इत्थे जी केंद्र इहदा होएगा, ठीक है। ओ पी कोई बाहरी बिंदु है, पी कोई बाहरी बिंदु है, आ वाला पी बिंदु है, ठीक है। बिंदु पी तो स्पर्श रेखावां खिंचियां गई हैं, बिंदु पी तो बाहरी बिंदु, ठीक है, बाहरी बिंदु तो स्पर्श रेखावां खिंच सकते हैं, नहीं तो जिहड़ा है आपां नहीं खिंच सकते स्पर्श रेखावां। बिंदु बाहरी बिंदु पी तो स्पर्श रेखावां पी ए अते पी बी हैं। बिंदु बाहरी बिंदु पी तो स्पर्श रेखावां ਕਿਹੜੀਆਂ ਨੇ, ਪੀ ਏ ਅਤੇ ਪੀ ਬੀ ਹਨ, ਠੀਕ ਹੈ। ਤਾਂ ਇੰਨਾ ਕੁਝ ਆਪਾਂ ਮੰਨ ਕੇ ਚੱਲਦੇ ਹਾਂ ਕਿ ਆਪਾਂ ਨੂੰ ਦਿੱਤਾ ਹੈ। ਤਾਂ ਸਪਰਸ਼ ਰੇਖਾਵਾਂ ਜਿਹੜੀਆਂ ਨੇ ਕੁਝ ਇਸ ਤਰ੍ਹਾਂ ਦੀਆਂ ਹੋਣਗੀਆਂ, ਥੋੜਾ ਠੀਕ ਕਰਕੇ ਬਣਾਉਂਦੇ ਹਾਂ। ਹਾਂਜੀ, ਏ ਤੇ ਬੀ ਕਿੱਥੇ ਨੇ, ਤਾਂ ਬਿੰਦੂ ਏ ਅਤੇ ਬੀ ਜਿਹੜਾ ਨੇ ਆ ਸਪਰਸ਼ ਬਿੰਦੂ ਕਹਿੰਦੇ ਇਹਨਾਂ ਨੂੰ, ਮੰਨ ਲਓ ਆ ਇੱਥੇ ਹੈਗਾ ਤੇ ਬੀ ਬਿੰਦੂ ਜਿਹੜਾ ਉਹ ਇੱਥੇ ਹੈਗਾ, ਠੀਕ ਹੈ। ਆ ਏ ਬਿੰਦੂ ਹੈ, ਇਹ ਬੀ ਬਿੰਦੂ ਹੈ। ਤਾਂ ਹੁਣ ਸਿੱਧ ਕੀ ਕਰਨਾ ਹੈ ਕਿ ਸਪਰਸ਼ ਰੇਖਾਵਾਂ ਦੀ ਲੰਬਾਈ ਬਰਾਬਰ ਹੁੰਦੀ ਹੈ। ਸਿੱਧ ਕਰਨਾ स्पर्श रेखा पी ए ਅਤੇ पी बी बराबर ਹਨ, ਇਹ ਆਪਾਂ ਨੇ ਸਿੱਧ ਕਰਨਾ ਹੈ, ਠੀਕ ਹੈ। ਤਾਂ ਕਿਵੇਂ ਕਰਦੇ ਹਾਂ ਹੁਣ ਦੇਖਦੇ ਹਾਂ। ਤਾਂ ਰਚਨਾ ਇਸ ਦੇ ਲਈ, ਤਾਂ ਸਭ ਤੋਂ ਪਹਿਲਾਂ ਜਿਹੜਾ ਹੈ ਆਪਾਂ ਕੀ ਕਰਦੇ ਹਾਂ, ਏ ਓ ਨੂੰ ਮਿਲਾਉਂਦੇ ਹਾਂ ਅਤੇ ਓ ਬੀ ਨੂੰ ਮਿਲਾਉਂਦੇ ਹਾਂ। ਓ ਏ ਅਤੇ ਓ ਬੀ ਨੂੰ ਮਿਲਾਉਂਦੇ ਹਾਂ, ਏ ਓ ਅਤੇ ਬੀ ਓ ਨੂੰ ਮਿਲਾਓ। ਸਪਰਸ਼ ਰੇਖਾ ਕਿਹੜੀ ਹੁੰਦੀ ਹੈ, ਜਿਹੜੀ ਚੱਕਰ ਨੂੰ ਇੱਕ ਥਾਂ ਤੇ ਹੀ ਹੁੰਦੀ ਹੋਵੇ, ਬਾਕੀ ਜਿਹੜਾ ਉਹ ਅਲੱਗ ਰਹਿੰਦੀ ਹੈ, ਠੀਕ ਹੈ। ਤੇ ਜਿਹੜੀ ਦੋ ਬਿੰਦੂਆਂ ਤੇ ਕੱਟੇ ਕੋਈ ਲਾਈਨ, ਤਾਂ ਉਸ ਨੂੰ ਆਪਾਂ ਛੇਦਕ ਰੇਖਾ ਕਹਿੰਦੇ ਹਾਂ। ਯਾਦ ਰੱਖਣਾ, ਇਹ ਵੀ ਛੋਟੇ ਪ੍ਰਸ਼ਨਾਂ ਦੇ ਵਿੱਚ ਅਕਸਰ ਪੁੱਛ ਲਿਆ ਜਾਂਦਾ ਹੈ। ਤਾਂ ਇਹ ਸਪਰਸ਼ ਰੇਖਾ ਜਿਹੜੀ ਹੈ ਉਹ ਆਪਾਂ ਨੇ ਦੇਖੀ ਹੈ, ਦੋ ਸਪਰਸ਼ ਰੇਖਾਵਾਂ ਨੇ ਪੀ ਏ ਅਤੇ ਪੀ ਬੀ। ਇਹ ਦੋਨਾਂ ਦੇ ਸਪਰਸ਼ ਰੇਖਾਵਾਂ ਦੇ ਸਪਰਸ਼ ਬਿੰਦੂ ਏ ਅਤੇ ਬੀ ਹਨ, ਜਿਹੜੇ ਚੱਕਰ ਦੇ ਉੱਪਰ ਸਪਰਸ਼ ਰੇਖਾਵਾਂ ਨੇ, ਠੀਕ ਹੈ। ਤਾਂ ਹੁਣ ਆਪਾਂ ਦੇਖਦੇ ਹਾਂ ਇਸ ਦਾ ਸਬੂਤ। ਤਾਂ ਪਹਿਲੀ ਗੱਲ ਕਿ ਹਾਂ, ਇੱਕ ਹੋਰ ਜਿਹੜਾ ਰਚਨਾ ਆਪਾਂ ਨੂੰ ਕਰਨ ਦੀ ਲੋੜ ਹੈਗੀ ਹੈ ਕਿ OP ਨੂੰ ਵੀ ਜਿਹੜਾ ਤੁਸੀਂ ਮਿਲਾਣਾ ਹੈ, OP ਨੂੰ ਮਿਲਾਓ, ਠੀਕ ਹੈ। OP ਨੂੰ ਮਿਲਾਓ ਜਾਂ PO ਨੂੰ ਮਿਲਾਓ। ਤਾਂ ਆਪਾਂ ਨੇ ਮਿਲਾ ਲਿਆ, ਠੀਕ ਹੈ। ਹੁਣ ਇਹ ਆਪਣੇ ਕੋਲੇ ਦੋ ਤਿਕੋਣਾ ਬਣਦੀਆਂ ਨੇ, ਕਿਹੜੀਆਂ ਤਿਕੋਣਾ, ਤਾਂ ਹੁਣ ਤ੍ਰਿਭੁਜ PAO ਅਤੇ PBO, ਤ੍ਰਿਭੁਜ PBO ਵਿੱਚ ਇਹਨਾਂ ਕੀ ਇਹ ਦੋ ਤਿਕੋਣਾ ਸਰਬੰਗ ਸਮ ਹਨ, ਠੀਕ ਹੈ। ਤਾਂ ਸਰਬੰਗ ਸਮ ਹੈਗੀਆਂ ਕਿ ਨਹੀਂ ਹੈਗੀਆਂ, ਆਪਾਂ ਉਹਦੇ ਬਾਰੇ ਆਉਂਦੇ ਹਾਂ। ਤਾਂ ਆਪਾਂ ਨੂੰ ਇਹ ਪਤਾ ਹੈ ਸਪਰਸ਼ ਰੇਖਾਵਾਂ ਦਾ ਇੱਕ ਗੁਣ ਹੁੰਦਾ ਹੈ, ਕਿਹੜਾ ਗੁਣ ਹੈ ਕਿ ਸਪਰਸ਼ ਰੇਖਾਵਾਂ ਸਪਰਸ਼ ਬਿੰਦੂ ਤੋਂ ਲੰਘਣ ਵਾਲੇ ਅਰਧ ਵਿਆਸ ਤੇ ਲੰਬ ਹੁੰਦੀਆਂ ਹਨ। ਮਤਲਬ PA ਅਤੇ OA ਜਿਹੜਾ ਹੈ ਇਹ ਲੰਬ ਹੈਗਾ, ਇੱਥੇ 90 ਡਿਗਰੀ ਕੋਣ ਬਣਦੇ ਨੇ, ਆਹ ਵਾਲਾ 90 ਡਿਗਰੀ, ਆਹ ਵਾਲਾ 90 ਡਿਗਰੀ, ਠੀਕ ਹੈ। ਤਾਂ ਇਹ ਸਪਰਸ਼ ਰੇਖਾਵਾਂ ਦਾ ਇੱਕ ਗੁਣ ਹੈ। ਤਾਂ ਇਹਨੂੰ ਤੁਸੀਂ ਲਿਖ ਵੀ ਸਕਦੇ ਹੋ, ਠੀਕ ਹੈ। ਤਾਂ ਸਪਰਸ਼ ਰੇਖਾਵਾਂ ਜਿਹੜੀਆਂ ਨੇ ਉਹ ਕੀ ਹੈ, ਸਪਰਸ਼ ਬਿੰਦੂ ਤੋਂ ਲੰਘਣ ਵਾਲੇ ਅਰਧ ਵਿਆਸ ਤੇ ਲੰਬ ਹੁੰਦੀਆਂ। ਤਾਂ ਇਸ ਨੂੰ ਆਪਾਂ ਲਿਖਦੇ ਹਾਂ, ਕੋਣ PAO ਅਤੇ ਕੋਣ ਕਿਹੜਾ PBO, ਇਹ ਦੋਨੇ ਬਰਾਬਰ ਹਨ, ਕਿਉਂਕਿ ਹਰੇਕ ਜਿਹੜਾ ਉਹ 90 ਡਿਗਰੀ ਦਾ ਹੁੰਦਾ ਹੈ, ਠੀਕ ਹੈ। ਇਹ ਆਪਾਂ ਜਾਣਦੇ ਹਾਂ, ਠੀਕ ਹੈ, ਜਾਣਦੇ ਹਾਂ। ਇਹ ਤੁਸੀਂ ਲਿਖ ਸਕਦੇ ਹੋ ਇਸ ਨੂੰ, ਪਰ ਮੈਂ ਇਸ ਨੂੰ ਲਿਖਣ ਤੋਂ ਗੁਰੇਜ਼ ਕੀਤਾ ਤਾਂ ਕਿ ਜਿਹੜਾ ਹੈ ਜ਼ਿਆਦਾ ਤੁਹਾਨੂੰ ਸਟ੍ਰੈਸ ਨਾ ਪਵੇ ਲਿਖਣ ਦੇ ਚੱਕਰ 'ਚ। ਤੁਹਾਨੂੰ ਕਨਸੈਪਟ ਸਮਝ ਆਉਣਾ ਚਾਹੀਦਾ, ਨਾ ਕਿ ਆਪਾਂ ਲਿਖਣ ਦੇ ਵਿੱਚ ਰਹਿ ਜਾਈਏ, ਠੀਕ ਹੈ। ਸਭ ਤੋਂ ਪਹਿਲਾਂ ਇਹ ਸੀਗਾ ਕਿ ਕੋਣ ਜਿਹੜਾ 90 ਡਿਗਰੀ ਹੈਗਾ, ਬਰਾਬਰ ਹੈਗੇ। ਦੂਸਰਾ OP ਜਾਂ PO ਦੋਨਾਂ ਤਿਕੋਣਾਂ ਦੇ ਵਿੱਚ ਬਰਾਬਰ ਹੈਗਾ, ਕਿਉਂਕਿ ਇਹ ਸਾਂਝੀ ਭੁਜਾ ਦੋਨਾਂ ਤਿਕੋਣਾਂ ਦੀ। PO ਬਰਾਬਰ PO, ਇਹ ਸਾਂਝੀ ਭੁਜਾ ਹੈਗੀ ਹੈ, ਠੀਕ ਹੈ, ਸਾਂਝੀ ਭੁਜਾ ਹੈ, ਇਸ ਕਰਕੇ ਬਰਾਬਰ ਹੁੰਦੀਆਂ। ਇਸ ਤੋਂ ਬਾਅਦ ਤੁਸੀਂ ਦੇਖ ਰਹੇ ਹੋ ਕਿ ਤੁਹਾਡੇ ਕੋਲੇ ਇੱਕ ਭੁਜਾ OA ਅਤੇ ਦੂਸਰੀ OB, ਇਹ ਦੋ ਭੁਜਾਵਾਂ ਵੀ ਬਰਾਬਰ ਨੇ, ਠੀਕ ਹੈ। ਤਾਂ AO ਅਤੇ BO ਬਰਾਬਰ ਹਨ, ਕਿਉਂ ਹਨ, ਕਿਉਂਕਿ ਚੱਕਰ ਦੇ ਅਰਧ ਵਿਆਸ ਹਨ, ਠੀਕ ਹੈ। ਇਹ ਚੱਕਰ ਦੇ ਅਰਧ ਵਿਆਸ ਹਨ, ਇਸ ਕਰਕੇ ਇਹ ਬਰਾਬਰ ਹਨ। ਹੁਣ ਤੁਸੀਂ ਦੇਖ ਰਹੇ ਹੋ ਕਿ ਇਸ ਦੇ ਵਿੱਚ ਜਿਹੜਾ ਹੈ ਸਾਂਝੀ ਭੁਜਾ ਜਿਹੜੀ ਆਪਾਂ ਨੇ PO ਲਿਖੀ ਸੀਗੀ ਉਹ ਕਰਨ ਹੈਗਾ,
ਠੀਕ ਹੈ। ਕਰਨ ਨੂੰ ਆਪਾਂ ਹਾਈਪੋਟਨਿਊਸ ਦੇ ਨਾਮ ਨਾਲ ਜਾਣਦੇ ਆ। ਠੀਕ ਹੈ, ਇੰਗਲਿਸ਼ ਦੇ ਵਿੱਚ ਹਾਈਪੋਟਨਿਊਸ ਕਹਿੰਦੇ ਆ। ਹਾਈਪੋਟਨਿਊਸ ਜਿਹੜਾ ਹੈ ਉਹ ਐਚ ਦੇ ਨਾਲ ਲਿਖਦੇ ਆ। ਠੀਕ ਹੈ, ਤੇ ਇੱਕ ਕੋਣ ਜਿਹੜੇ ਹੈਗੇ ਉਹ ਬਰਾਬਰ ਹੈਗੇ ਸਮਕੋਣ ਜਿਹੜੇ ਆਪਾਂ ਲਿਖੇ ਹੈਗੇ, ਤਾਂ ਇੱਕ ਕੋਣ ਜਿਹੜਾ ਹੈ ਉਹ ਬਰਾਬਰ ਹੈਗਾ ਸਮਕੋਣ ਲਿਖਣਾ ਸੀਗਾ, ਸਮਕੋਣ। ਠੀਕ ਹੈ, ਸਮਕੋਣ, ਸਮਕੋਣ ਜਿਹੜਾ ਉਹ ਰਾਈਟ ਐਂਗਲ ਹੁੰਦਾ ਹੈ, ਤਾਂ ਇਸ ਨੂੰ ਮੈਂ ਆਰ ਨਾਲ ਲਿਖਦਾ। ਤੇ ਇੱਕ ਭੁਜਾ ਜਿਹੜੀ ਹੈ ਇਹਨਾਂ ਤੋਂ ਇਲਾਵਾ ਇੱਕ ਹੋਰ ਭੁਜਾ ਜਿਹੜੀ ਬਰਾਬਰ ਹੈਗੀ, ਜਿਹੜੇ ਚੱਕਰ ਦੇ ਅਰਧ ਵਿਆਸ ਬਰਾਬਰ ਨੇ, ਉਸ ਨੂੰ ਆਪਾਂ ਭੁਜਾ ਲਿਖਦੇ ਹਾਂ। ਠੀਕ ਹੈ, ਤਾਂ ਭੁਜਾ ਨੂੰ ਜਿਹੜਾ ਹੈ ਉਹ ਆਪਾਂ ਸਾਈਡ ਲਿਖਦੇ ਹਾਂ। ਸਾਈਡ ਦੇ ਲਈ ਐਸ ਅੱਖਰ ਦਾ ਇਸਤੇਮਾਲ ਕਰਦੇ ਹਾਂ। ਤਾਂ ਇਹ ਦੋ ਤਿਕੋਣਾ ਤੁਸੀਂ ਦੇਖ ਰਹੇ ਹੋ, ਇਹ ਦੋ ਤਿਕੋਣਾ ਜਿਹੜੀਆਂ ਨੇ ਉਹ ਸਰਬੰਗਸਮ ਹਨ। ਕਿਸ ਨਿਯਮ ਦੁਆਰਾ? ਤਾਂ ਆਰ ਐਚ ਤੇ ਐਸ ਨਿਯਮ ਦੁਆਰਾ ਇਹ ਦੋ ਤਿਕੋਣਾ ਸਰਬੰਗਸਮ ਹਨ। ਕਿਹੜੀਆਂ ਤਿਕੋਣਾ? PAO ਅਤੇ ਤ੍ਰਿਭੁਜ PBO, ਇਹ ਦੋ ਤਿਕੋਣਾ ਸਰਬੰਗਸਮ ਹਨ। ਕਿਹੜਾ ਨਿਯਮ ਹੈ ਸਰਬੰਗਸਮਤਾ ਦਾ? ਤਾਂ ਇਹ ਹੈਗਾ RHS ਨਿਯਮ ਜਾਂ ਕਸੌਟੀ, ਸਰਬੰਗਸਮਤਾ ਦੀ ਕਸੌਟੀ। ਠੀਕ ਹੈ, ਇਹ ਤੁਸੀਂ ਯਾਦ ਰੱਖਣਾ ਹੈ। RHS ਦਾ ਮੀਨਿੰਗ ਕੀ ਹੈ? R ਦਾ ਮਤਲਬ ਹੈ ਰਾਈਟ ਐਂਗਲ, ਸਮਕੋਣ ਬਰਾਬਰ ਹੋਣ, ਕରଣ ਬਰਾਬਰ ਹੋਣ, ਇੱਕ ਭੁਜਾ ਬਰਾਬਰ ਹੋਵੇ ਤਾਂ ਦੋ ਤਿਕੋਣਾ ਸਰਬੰਗਸਮ ਹੁੰਦੀਆਂ ਹਨ। ਠੀਕ ਹੈ, ਸਰਬੰਗਸਮਤਾ ਦਾ ਨਿਸ਼ਾਨ ਕਿਵੇਂ ਹੈ? ਬਰਾਬਰ ਲਿਖ ਕੇ ਤੇ ਤੁਸੀਂ ਇਸ ਦੇ ਉੱਪਰ ਇਸ ਤਰ੍ਹਾਂ ਦਾ ਇੱਕ ਹੋਰ ਨਿਸ਼ਾਨ ਲਗਾਓਗੇ। ਠੀਕ ਹੈ, ਤਾਂ ਇਹ ਜੇਕਰ ਤੁਹਾਡੇ ਕੋਲੇ ਇਹ ਤਿੰਨ ਨਿਸ਼ਾਨ ਐਵੇਂ ਲੱਗੇ ਹੋਏ ਆ ਤਾਂ ਇਹਦਾ ਮਤਲਬ ਇਹਨੂੰ ਇੱਕ ਹੀ ਗਿਣਾਂਗੇ ਆਪਾਂ। ਠੀਕ ਹੈ, ਆਹ ਵਾਲਾ ਇੱਕੋ ਹੀ ਨਿਸ਼ਾਨ ਹੈ, ਤਾਂ ਇਸ ਨੂੰ ਆਪਾਂ ਸਰਬੰਗਸਮਤਾ ਪੜ੍ਹਦੇ ਹਾਂ। ਕੀ ਇਹ? ਸਰਬੰਗ ਸਮਤਾ, ਸਰਬੰਗ ਸਮਤਾ, ਸਾਰੇ ਭਾਗ ਬਰਾਬਰ ਹੋਣਾ। ਠੀਕ ਹੈ, ਤਾਂ ਤਿਕੋਣ ਦੇ ਤੁਹਾਨੂੰ ਪਤਾ ਹੈ ਕਿ 6 ਭਾਗ ਹੁੰਦੇ ਆ, ਤਾਂ 6 ਦੇ 6 ਭਾਗ ਬਰਾਬਰ ਹੁੰਦੇ। ਠੀਕ ਹੈ, 6 ਭਾਗ ਕਿਹੜੇ ਹੁੰਦੇ ਆ? ਤਿੰਨ ਕੋਣ, ਤਿੰਨ ਭੁਜਾਵਾਂ। ਠੀਕ ਹੈ, ਯਾਦ ਰੱਖਣੀਆਂ ਨੇ ਇਹ ਵੀ। ਤਾਂ ਹੁਣ ਜਿਹੜਾ ਹੈ ਇਸ ਦੇ ਵਿੱਚ ਪਹਿਲੇ ਦੋ ਜਿਹੜੇ ਹੈਗੇ ਆ, ਮਤਲਬ PA ਅਤੇ ਇੱਧਰ ਦੂਸਰੇ PB, ਇਹ ਬਰਾਬਰ ਹੋਣਗੇ। ਠੀਕ ਹੈ, ਇਸ ਲਈ ਜਿਹੜਾ ਹੈ P ਅਤੇ PB ਬਰਾਬਰ ਹੋਣਗੇ। ਕਿਉਂ ਹੋਣਗੇ? ਕਿਉਂਕਿ ਇਹ ਸਰਬੰਗਸਮ ਤਿਕੋਣਾ ਦੇ ਸੰਗਤ ਭਾਗ ਨੇ। ਠੀਕ ਹੈ, ਤਾਂ ਇਸ ਨੂੰ ਆਪਾਂ ਲਿਖਦੇ ਹਾਂ CPCT, ਸਰਬੰਗਸਮ ਤਿਕੋਣਾ ਦੇ ਸੰਗਤ ਭਾਗ ਬਰਾਬਰ ਹੁੰਦੇ ਹਨ। corresponding parts of congruent triangles are equal। ਕੀ ਕਹਿੰਦੇ ਆ? corresponding parts of congruent triangle are equal। ਇਹ ਤੁਹਾਨੂੰ ਪੇਪਰ ਦੇ ਵਿੱਚ ਲਿਖਣ ਦੀ ਲੋੜ ਨਹੀਂ ਹੈਗੀ, CPCT ਕੱਲਾ ਲਿਖ ਦੇਣਾ ਹੈਗਾ, corresponding parts of congruent triangle। congruent ਕੀ ਹੁੰਦਾ ਹੈ? ਸਰਬੰਗਸਮ triangles। ਠੀਕ ਹੈ, ਇਹ CPCT ਦਾ ਪੂਰਾ ਮਤਲਬ ਹੈ। C ਤੋਂ ਪਹਿਲਾ C corresponding ਹੈ, P ਜਿਹੜਾ ਹੈ ਪਾਰਟਸ ਹੈਗਾ, C ਅੱਗੇ ਜਿਹੜਾ ਆ ਰਿਹਾ ਹੈਗਾ ਆਹ ਵਾਲਾ, ਤਾਂ ਇਹ congruent ਹੈਗਾ, ਆ T ਆ ਰਿਹਾ ਤਾਂ ਆ ਟ੍ਰਾਇੰਗਲ ਹੈਗਾ। ਠੀਕ ਹੈ, ਤੇ corresponding parts of congruent triangles are equal, ਬਰਾਬਰ ਹੁੰਦੇ ਹਨ। ਸੰਗਤ ਭਾਗ, ਸਰਬੰਗਸਮ ਤਿਕੋਣਾਂ ਦੇ ਸੰਗਤ ਭਾਗ ਬਰਾਬਰ ਹੁੰਦੇ ਹਨ, ਇਸ ਨੂੰ ਆਪਾਂ ਐਵੇਂ ਕਹਿੰਦੇ ਹਾਂ। ਤਾਂ ਇਸ ਕਰਕੇ P ਅਤੇ PB ਦੀ ਲੰਬਾਈ ਬਰਾਬਰ ਹੈਗੀ ਹੈ। ਇਹੀ ਆਪਾਂ ਨੇ ਸਿੱਧ ਕਰਨਾ ਸੀਗਾ ਕਿ ਜਿਹੜਾ ਹੈ ਤਿਕੋਣਾਂ ਦੇ ਸਪਰਸ਼ ਰੇਖਾਵਾਂ ਬਰਾਬਰ ਹੁੰਦੀਆਂ ਹਨ। ਤਿਕੋਣਾਂ ਦੀਆਂ ਕਹਿੰਦੇ ਚੱਕਰ ਦੀਆਂ ਸਪਰਸ਼ ਰੇਖਾਵਾਂ ਬਰਾਬਰ ਹੁੰਦੀਆਂ। ਠੀਕ ਹੈ, ਤਾਂ ਮੈਨੂੰ ਆਸ ਹੈ ਕਿ ਤੁਹਾਨੂੰ ਇਹ ਲੈਕਚਰ ਜਿਹੜਾ ਹੈ ਚੰਗੀ ਤਰ੍ਹਾਂ ਸਮਝ ਆ ਗਿਆ। ਇੱਥੋਂ ਤੱਕ ਜੋ ਕਰਵਾਇਆ, ਅਗਲਾ ਕੁਐਸਚਨ ਹੋਰ ਦੇਖ ਲੈਂਦੇ ਇਹਦੇ ਨਾਲ ਹੀ ਲੱਗਦਾ। ਕਿ ਕਿਸੇ ਸਕੂਲ ਦੀ 10ਵੀਂ ਜਮਾਤ ਦੀਆਂ 51 ਲੜਕੀਆਂ ਦੀਆਂ ਉਚਾਈਆਂ ਦਾ ਇੱਕ ਸਰਵੇਖਣ ਕੀਤਾ ਗਿਆ ਤੇ ਹੇਠ ਲਿਖੇ ਅੰਕੜੇ ਪ੍ਰਾਪਤ ਕੀਤੇ ਗਏ। ਠੀਕ ਹੈ, ਤਾਂ ਇਸ ਦੇ ਵਿੱਚ ਉਚਾਈ ਜਿਹੜੀ ਹੈਗੀ 140 ਤੋਂ ਘੱਟ 4 ਨੇ, 145 ਤੋਂ ਘੱਟ 11 ਨੇ, 150 ਤੋਂ ਘੱਟ ਲੜਕੀਆਂ ਜਿਨ੍ਹਾਂ ਦੀ ਉਚਾਈ 150 ਸੈਂਟੀਮੀਟਰ ਤੋਂ ਘੱਟ ਹੈਗੀ ਹੈ ਤਾਂ ਉਹਨਾਂ ਦੀ ਗਿਣਤੀ 29 ਹੈ। 155 ਸੈਂਟੀਮੀਟਰ ਤੋਂ ਘੱਟ ਵਾਲਿਆਂ ਦੀ ਗਿਣਤੀ 40 ਹੈ। ਠੀਕ ਹੈ, 160 ਤੋਂ ਘੱਟ ਵਾਲਿਆਂ ਦੀ ਗਿਣਤੀ ਜਿਹੜੀ ਹੈ ਉਹ 46 ਹੈ। 165 ਤੋਂ ਘੱਟ ਵਾਲਿਆਂ ਦੀ ਗਿਣਤੀ ਜਿਹੜੀ ਹੈ ਉਹ 51 ਹੈਗੀ ਹੈ। ਤੇ ਇਹਨਾਂ ਅੰਕੜਿਆਂ ਦੀ ਆਪਾਂ ਨੇ ਮੱਧਿਕਾ ਪਤਾ ਕਰਨੀ ਹੈ। ਕੀ ਪਤਾ ਕਰਨਾ ਹੈ? ਮੱਧਿਕਾ। ਮੱਧਿਕਾ ਪਤਾ ਕਰਨ ਦੇ ਲਈ ਜਿਹੜਾ ਹੈ ਆਪਾਂ ਇਸ ਨੂੰ ਆ ਜਿਹੜੀ ਬਾਰੰਬਾਰਤਾ ਹੈਗੀ ਇਹ ਸੰਚਵੀਂ ਬਾਰੰਬਾਰਤਾ ਹੈ, ਤਾਂ ਇਹ ਆਪਣੇ ਜ਼ਿਆਦਾ ਕੰਮ ਦੀ ਨਹੀਂ ਹੈ। ਤਾਂ ਇਸ ਨੂੰ ਆਪਾਂ ਨੇ ਕਿਵੇਂ ਲਿਖਣਾ ਹੈਗਾ ਇਹ ਦੇਖਦੇ ਹਾਂ। ਤਾਂ ਸਭ ਤੋਂ ਪਹਿਲਾਂ ਜਿਹੜਾ ਹੈ ਤੁਸੀਂ ਦੇਖ ਰਹੇ ਹੋ ਕਿ ਇੱਥੇ 5-5 ਦਾ ਅੰਤਰ ਹੈਗਾ। ਠੀਕ ਹੈ, ਇਹ ਸਾਰਾ 5-5 ਦੇ ਅੰਤਰ ਨਾਲ ਹੈਗਾ, ਤਾਂ ਆਪਾਂ 5-5 ਦੇ ਅੰਤਰ ਨਾਲ ਆਪਾਂ ਵਰਗ ਅੰਤਰਾਲ ਬਣਾਉਂਦੇ ਹਾਂ। ਕਿਸ ਤਰ੍ਹਾਂ ਬਣਾਉਂਦੇ ਹਾਂ? ਤਾਂ 140 ਤੋਂ 145 ਹਾਈਟ ਦੀਆਂ 100, ਇਸ ਨੂੰ ਤੁਸੀਂ 135 ਲੈ ਸਕਦੇ ਹੋ ਪਹਿਲਾ ਜਿਹੜਾ ਹੈ। ਠੀਕ ਹੈ, ਤਾਂ ਇਸ ਨੂੰ ਆਪਾਂ 135 ਲੈ ਲੈਂਦੇ ਹਾਂ।
ਕਿਉਂਕਿ 140 ਤੋਂ ਘੱਟ ਹੈਗੀਆਂ ਤਾਂ 140 ਤੱਕ ਜਿਹੜੀਆਂ ਨੇ ਉਹਨਾਂ ਦੀ ਗਿਣਤੀ 4 ਹੈਗੀ ਹੈ। ਠੀਕ ਹੈ, ਉਹਨਾਂ ਦੀ ਗਿਣਤੀ 4 ਹੈਗੀ ਹੈ। ਤਾਂ ਇਹਦੇ ਤੋਂ ਪਹਿਲਾਂ 5 ਦੇ ਅੰਤਰ ਨਾਲ ਜਿਹੜਾ ਲਿਖਦੇ ਆ ਤਾਂ ਇਹ 135 ਆ ਜਾਏਗਾ ਆਪਣੇ ਕੋਲੇ। ਠੀਕ ਹੈ, ਇਸ ਤੋਂ ਬਾਅਦ ਹੈਗਾ 145। ਠੀਕ ਹੈ, ਤਾਂ 140 ਤੋਂ 145 ਦੇ ਦਰਮਿਆਨ ਆਪਣੇ ਕੋਲੇ ਕਿੰਨੀਆਂ ਹੋਈਆਂ ਤਾਂ ਇਹ ਇਹਨਾਂ ਦਾ ਅੰਤਰ ਹੈਗਾ ਜੀ, ਕਿੰਨੀਆਂ ਵੱਧ ਗਈਆਂ। ਠੀਕ ਹੈ, ਤਾਂ ਤੁਸੀਂ ਦੇਖ ਰਹੇ ਹੋ ਕਿ ਇੱਥੇ 7 ਦਾ ਜਿਹੜਾ ਵਾਧਾ ਹੋਇਆ ਤਾਂ ਇਹਦਾ ਮਤਲਬ ਇਹਦੇ ਵਿਚਕਾਰ ਜਿਹੜੇ ਨੇ ਉਹ 7 ਲੜਕੀਆਂ ਨੇ। ਠੀਕ ਹੈ, ਇਸੇ ਤਰੀਕੇ ਨਾਲ ਇੱਥੇ ਜਿਹੜਾ 145 ਤੋਂ 150 ਤਾਂ ਇਹਨਾਂ ਦੀ ਗਿਣਤੀ ਕਿੰਨੀ ਹੈਗੀ ਹੈ ਤਾਂ ਇਹਨਾਂ ਦੀ ਗਿਣਤੀ ਇੱਥੇ ਕਿੰਨਾ ਵਾਧਾ ਹੋਇਆ ਤੁਸੀਂ ਇੱਥੇ ਦੇਖ ਲਓ ਤਾਂ ਇਹ ਤੁਹਾਡੇ ਕੋਲੇ 18 ਦਾ ਵਾਧਾ ਹੈਗਾ। 18 ਲਿਖਾਂਗੇ ਆਪਾਂ। ਇਸ ਤੋਂ ਅੱਗੇ ਹੈ 155 ਤੋਂ ਘੱਟ ਤਾਂ 150 ਤੋਂ 155 ਇਹ ਕਿੰਨੀਆਂ ਨੇ ਤਾਂ ਵਾਧੇ ਨੂੰ ਹੀ ਨੋਟ ਕਰਨਾ ਆਪਾਂ ਨੇ। 29 ਤੋਂ 40 ਤੱਕ ਜਿਹੜਾ ਉਹ 11 ਹੋ ਜਾਂਦਾ ਹੈ, ਆ 11 ਹੋ ਗਿਆ। ਠੀਕ ਹੈ, ਇਸ ਤੋਂ ਅੱਗੇ 155 ਤੋਂ 160 ਇਹ ਜਿਹੜਾ ਕਿੰਨਾ ਹੋ ਰਿਹਾ ਤਾਂ 155 ਤੋਂ 160 ਦੇ ਵਿੱਚ ਦਰਮਿਆਨ ਜਿਹੜਾ 6 ਲੜਕੀਆਂ ਹੋਰ ਵੱਧਦੀਆਂ ਨੇ ਤਾਂ ਆ 6 ਲਿਖਾਂਗੇ ਆਪਾਂ। ਤੇ 165 ਤੋਂ ਘੱਟ ਜਿਹੜਾ ਹੈ ਤਾਂ 160 ਤੋਂ ਲੈ ਕੇ ਤੇ 165 ਤੱਕ ਜਿਹੜੀਆਂ ਨੇ ਉਹਨਾਂ ਦੀ ਗਿਣਤੀ 51 ਹੁੰਦੀ ਹੈ। 51 ਕੀ ਹੁੰਦੀ ਹੈ, ਇਹ ਵਾਧਾ ਜਿਹੜਾ ਉਹ ਹੁੰਦਾ ਹੈ ਤਾਂ 46 ਦੇ ਵਿੱਚੋਂ ਆਪਾਂ 51 ਦੇ ਵਿੱਚੋਂ 46 ਘਟਾਵਾਂਗੇ ਤਾਂ ਤੁਹਾਡੇ ਕੋਲੇ ਇਹ 5 ਬਚ ਗਿਆ ਜੀ। ਠੀਕ ਹੈ, ਤਾਂ ਇਹ ਵਾਲੀ ਇਸ ਤਰ੍ਹਾਂ ਦੀ ਬਾਰੰਬਾਰਤਾ ਬਣਾਵਾਂਗੇ ਆਪਾਂ। ਠੀਕ ਹੈ, ਮੈਨੂੰ ਆਸ ਹੈ ਕਿ ਤੁਹਾਨੂੰ ਇਹ ਗੱਲ ਸਮਝ ਆ ਗਈ ਹੈ। ਠੀਕ ਹੈ, ਤਾਂ ਹੁਣ ਕੀ ਕਰਨਾ ਹੈ ਆਪਾਂ ਨੇ, ਹੁਣ ਇਹ ਜਿਹੜਾ ਹੈ ਹੁਣ ਇਹਨਾਂ ਦੀ ਬਾਰੰਬਾਰਤਾ ਤਾਂ ਬਣੀ ਹੋਈ ਹੈ ਤੁਹਾਡੇ ਕੋਲੇ ਤੇ ਤਾਂ ਇਹ ਦੇਖੋ ਕਿ ਇਹਦੇ ਚ ਕਿੰਨੇ ਵਿਦਿਆਰਥੀ ਨੇ ਕਿ ਕੁੱਲ ਕਿੰਨੀਆਂ ਵਿਦਿਆਰਥਣਾਂ ਨੇ ਤਾਂ 51 ਨੇ। 51 ਦਾ ਅੱਧਾ ਕਿੰਨਾ ਹੁੰਦਾ ਹੈ, 51 ਦਾ ਅੱਧਾ ਜਿਹੜਾ ਉਹ 25.5 ਹੁੰਦਾ ਹੈ। 25 ਦਾ ਦੁਗਣਾ 50 ਹੁੰਦਾ ਹੈ। ਠੀਕ ਹੈ, ਤੇ ਉਹ ਅੱਧੇ ਦਾ ਇੱਕ ਬਚ ਗਿਆ ਆਪਣੇ ਕੋਲੇ ਤੇ ਇੱਕ ਦਾ ਅੱਧਾ ਜਿਹੜਾ ਹੈ ਉਹ 0.5 ਹੈਗਾ, ਮਤਲਬ ਅੱਧਾ ਹੈਗਾ ਤਾਂ 25.5 ਜਿਹੜਾ ਇਹ ਬਣਦਾ ਹੈ ਆਪਣੇ ਕੋਲੇ। ਤਾਂ 25.5 ਜਿਹੜਾ ਅੰਕੜਾ ਹੈਗਾ ਉਹ ਆਪਣਾ ਇਸ ਦੇ ਨਾਲ ਹੀ ਤੁਸੀਂ ਇਹਨੂੰ ਦੁਬਾਰਾ ਲਿਖ ਲਓ, ਕੋਈ ਗੱਲ ਨਹੀਂ ਹੈਗੀ। ਆ 4 ਹੈਗਾ, ਇਹ 25ਵੀਂ ਬਾਰੰਬਾਰਤਾ ਲਿਖ ਰਹੇ ਹਾਂ ਆਪਾਂ, ਕਮੂਲੇਟਿਵ ਫ੍ਰੀਕੁਐਂਸੀ ਲਿਖ ਰਹੇ ਹਾਂ। ਠੀਕ ਹੈ, 4 ਦਾ 4 ਲਿਖਣਾ ਹੈ, ਫਿਰ ਇਹਦੇ ਚ ਜਿਹੜਾ ਉੱਪਰ ਹੈਗਾ ਆ 4 ਇਸ ਦੇ ਵਿੱਚ 7 ਜੋੜ ਕੇ ਲਿਖਣਾ ਹੈ, ਫਿਰ 11 ਦੇ ਵਿੱਚ 18 ਜੋੜ ਕੇ ਲਿਖਣਾ ਹੈ ਤਾਂ 18 ਜੋੜੋਗੇ ਤਾਂ ਤੁਹਾਡੇ ਕੋਲੇ 29 ਆ ਜਾਏਗਾ ਅਸਲ 'ਚ। ਤਾਂ ਇੱਥੇ 29 ਹੈਗਾ, 29 ਦੇ ਵਿੱਚ 11 ਜੋੜੋਗੇ 40, 40 ਦੇ ਵਿੱਚ 6 ਜੋੜੇ 46, 46 ਤੇ 5 51। ਠੀਕ ਹੈ, ਤਾਂ ਇਸ ਤਰ੍ਹਾਂ ਇਹ 25ਵੀਂ ਬਾਰੰਬਾਰਤਾ ਆਪਾਂ ਨੇ ਬਣਾ ਲਈ ਹੈਗੀ ਹੈ। ਠੀਕ ਹੈ, ਕਮੂਲੇਟਿਵ ਫ੍ਰੀਕੁਐਂਸੀ ਬਣਾ ਲਈ ਹੈਗੀ ਹੈ। ਆਹ ਵਾਲੀ ਫ੍ਰੀਕੁਐਂਸੀ ਹੈਗੀ ਹੈ ਤੁਹਾਡੀ। ਠੀਕ ਹੈ, ਤੇ ਇਹ ਵਾਲੀ ਕਲਾਸ ਇੰਟਰਵਲ ਹੈਗਾ ਆਪਣਾ। ਉਚਾਈ ਸੈਂਟੀਮੀਟਰਾਂ ਦੇ ਵਿੱਚ ਹੈਗੀ ਹੈ, ਉਚਾਈ ਹੈਗੀ ਹੈ। ਤੇ ਮੱਧਿਕਾ ਉਚਾਈ ਪਤਾ ਕਰਨੀ ਹੈ ਤਾਂ ਮੱਧਿਕਾ ਪਤਾ ਕਰਨ ਦੇ ਲਈ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਸਭ ਤੋਂ ਪਹਿਲਾਂ ਆਹ ਵਾਲਾ 25.5 ਅੰਕੜਾ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਇਹ ਕਿੱਥੇ ਹੈਗਾ। ਤਾਂ 25.5 ਦਾ ਅੰਕੜਾ ਜਿਹੜਾ ਹੈਗਾ ਇੱਥੋਂ ਤੱਕ ਤਾਂ 11 ਹੀ ਹੋਏ ਹੈ। ਠੀਕ ਹੈ, ਤਾਂ ਇਹਦਾ ਮਤਲਬ ਇੱਥੇ ਤਾਂ ਨਹੀਂ ਆਉਂਦੀ, ਇਹ ਉੱਪਰ ਵਾਲੇ ਦੇ ਵਿੱਚ ਤਾਂ ਨਹੀਂ ਆਉਂਦੀ, ਇਹਦੇ 'ਚ ਨਹੀਂ ਆਉਂਦੀਗੀ ਤਾਂ ਇਹ ਕਿੱਥੇ ਆਏਗੀ। 25.5 ਅੰਕੜਾ ਕਿੱਥੇ ਆਏਗਾ ਤਾਂ ਉਹ ਇਹਦੇ 'ਚ ਆਏਗਾ। ਕਿੱਥੇ ਆਏਗਾ, ਇਹਦੇ 'ਚ। ਮਤਲਬ ਆਹ ਵਾਲੀ ਜਿਹੜੀ ਕਲਾਸ ਹੈਗੀ ਹੈ, ਆਹ ਵਾਲੀ ਕਲਾਸ ਹੈ, ਇਸ ਨੂੰ ਆਪਾਂ ਮੱਧਿਕਾ ਕਲਾਸ ਕਹਿੰਦੇ ਆ। ਕੀ ਕਹਿੰਦੇ ਆ, ਮੱਧਿਕਾ ਕਲਾਸ, ਮੱਧਿਕਾ ਕਲਾਸ ਕਹਿੰਦੇ ਹਾਂ ਇਸ। ਠੀਕ ਹੈ, ਤਾਂ ਮੱਧਿਕਾ ਕਲਾਸ ਕਿਹੜੀ ਆਈ, ਧਿਆਨ ਨਾਲ ਦੇਖੋ ਇਸ ਨੂੰ। ਮੱਧਿਕਾ ਵਰਗ। ਠੀਕ ਹੈ, ਮੱਧਿਕਾ ਵਰਗ ਜਿਹੜਾ ਹੈ ਉਹ ਹੈਗਾ ਤੁਹਾਡਾ 145 ਤੋਂ ਲੈ ਕੇ 150 ਤੱਕ ਦਾ ਜਿਹੜਾ ਹੈਗਾ ਕਲਾਸ ਹੈਗੀ ਹੈ, ਵਰਗ ਹੈਗਾ ਉਹ ਵਾਲਾ ਮੱਧਿਕਾ ਵਰਗ ਹੈ। ਇਸ ਦੇ ਛੋਟੀ ਜਿਹੜਾ ਨੰਬਰ ਹੈਗਾ ਪਹਿਲਾ ਨੰਬਰ ਹੈਗਾ, ਇਸ ਨੂੰ ਆਪਾਂ L ਨਾਲ ਲਿਖਦੇ ਹਾਂ। ਠੀਕ ਹੈ, ਲੋਅਰ ਲਿਮਿਟ ਜਾਂ ਉਹਦੀ ਹੇਠਲੀ ਸੀਮਾ। ਠੀਕ ਹੈ, ਤੇ ਆਹ ਵਾਲੀ ਜਿਹੜੀ ਹੈ ਵੈਸੇ ਅਪਰ ਲਿਮਿਟ ਹੁੰਦੀ ਹੈ। ਠੀਕ ਹੈ, ਅਪਰ ਲਿਮਿਟ ਆਫ ਦਾ ਕਲਾਸ। ਠੀਕ ਹੈ, ਜਾਂ ਉੱਪਰਲੀ ਸੀਮਾ। ਠੀਕ ਹੈ, ਤਾਂ ਆਪਾਂ ਨੂੰ ਇਹਦੇ ਨਾਲ ਮਤਲਬ ਹੈਗਾ 145 ਨਾਲ ਮਤਲਬ ਹੈਗਾ। ਫਾਰਮੂਲਾ ਵੀ ਨੋਟ ਕਰ ਲਓ ਲੱਗੇ ਹੱਥ। ਤਾਂ ਜਿਹੜਾ ਹੈ ਮੱਧਿਕਾ ਦਾ ਫਾਰਮੂਲਾ, ਮੱਧਿਕਾ ਜਿਹੜਾ ਮੀਡੀਅਨ ਜਾਂ ਮੱਧਿਕਾ ਬਰਾਬਰ ਫਾਰਮੂਲਾ ਚੰਗੀ ਤਰ੍ਹਾਂ ਮਨ ਦੇ ਵਿੱਚ ਬਿਠਾ ਲੈਣਾ ਹੈ। L ਪਲੱਸ N/2 ਮਾਈਨਸ CF ਬਟਾ F ਗੁਣਾ H। ਬਹੁਤ ਈਜ਼ੀ ਹੈ, ਇੱਕ ਵਾਰੀ ਫਾਰਮੂਲਾ ਤੁਹਾਨੂੰ ਯਾਦ ਹੋ ਗਿਆ ਤਾਂ ਮੈਨੂੰ ਨਹੀਂ ਲੱਗਦਾ ਕਿ ਤੁਹਾਨੂੰ ਕੋਈ ਇਹਦੇ 'ਚ ਦਿੱਕਤ ਆਏਗੀ। ਠੀਕ ਹੈ, ਤਾਂ ਤੁਸੀਂ ਇਸ ਨੂੰ ਧਿਆਨ ਨਾਲ ਸਮਝਣਾ ਹੈ ਕਿੱਥੇ ਕੀ ਲਗਾ ਰਹੇ ਹਾਂ ਆਪਾਂ। ਠੀਕ ਹੈ, ਹਾਂਜੀ ਬੱਚਿਓ, ਤਾਂ ਮੱਧਿਕਾ ਦਾ ਫਾਰਮੂਲਾ ਕੀ ਹੈ, L ਪਲੱਸ N/2 ਮਾਈਨਸ CF ਗੁਣਾ H। ਤਾਂ ਇਸ ਦੇ ਵਿੱਚ ਜਿਹੜੇ ਇਹ ਆਪਣੇ L ਲਿਖਿਆ, N ਲਿਖਿਆ, CF ਲਿਖਿਆ, H ਲਿਖਿਆ ਤਾਂ ਇਹਨਾਂ ਦੇ ਕੀ ਮਤਲਬ ਨੇ ਉਹ ਤੁਸੀਂ ਧਿਆਨ ਨਾਲ ਨੋਟ ਕਰ ਲਓ। ਤਾਂ ਆਹ ਵਾਲਾ ਜਿਹੜਾ ਪਹਿਲੇ ਤਾਂ ਆਪਾਂ ਨੇ ਇਸ ਦੀ ਪਛਾਣ ਕਰਨੀ ਸੀਗੀ ਕਿ ਆਹ ਵਾਲੀ ਜਿਹੜੇ ਵਰਗ ਹੈਗਾ, ਆਹ ਵਾਲਾ ਵਰਗ ਹੈ ਇਹ ਮੱਧਿਕਾ ਵਰਗ ਹੈਗਾ। ਸਭ ਤੋਂ ਪਹਿਲਾਂ ਇਹ ਕੰਮ ਸੀਗਾ, ਇਹ ਕਿੱਥੋਂ ਆਇਆ ਸੀਗਾ 51/2 ਤੋਂ ਮਤਲਬ ਸੀਗਾ, ਇਹਦਾ ਅੱਧਾ ਕੀਤਾਗਾ ਆਪਾਂ ਨੇ ਤਾਂ ਇਹ ਆਇਆ 25.5। ਤਾਂ 25.5 ਜਿਹੜਾ ਤੁਸੀਂ ਦੇਖ ਰਹੇ ਹੋ ਕਮੂਲੇਟਿਵ ਫ੍ਰੀਕੁਐਂਸੀ ਵਾਲਾ ਆਹ ਵਾਲਾ ਕਾਲਮ ਦੇਖਣਾ ਹੈ ਤੁਸੀਂ, ਥੱਲੇ ਨੂੰ ਦੇਖਣਾ ਹੈ ਇਹਦੇ 'ਚ 25 ਕਿੱਥੇ ਆਏਗਾ ਜਾਂ 25.5 ਕਿੱਥੇ ਆਏਗਾ। ਤਾਂ ਇੱਥੇ ਤੱਕ 11 ਹੁੰਦਾ ਹੈ,
ਇੱਥੇ 29 ਤੱਕ ਆ ਗਏ ਹੈ ਤਾਂ ਇਹਦਾ ਮਤਲਬ 25.5 ਜਿਹੜਾ ਉਹ ਇਸ ਕਲਾਸ ਦੇ ਵਿੱਚ ਹੀ ਹੈਗਾ ਹੈ, ਠੀਕ ਹੈ। ਤਾਂ ਇਹਦਾ ਮਤਲਬ ਇਸ ਕਲਾਸ ਦੇ ਵਿੱਚ ਹੈਗਾ 145 ਤੋਂ 150 ਵਾਲੀ ਕਲਾਸ ਦੇ ਵਿੱਚ ਆਪਣਾ ਜਿਹੜਾ ਅੰਕੜਾ ਮੱਧਿਕਾ ਹੈਗੀ ਉਹ ਮਿਲੇਗੀ ਆਪਾਂ ਨੂੰ, ਠੀਕ ਹੈ। ਤਾਂ ਹੁਣ ਇਹਦੇ ਚ ਐਲ ਕੀ ਚੀਜ਼ ਹੈਗੀ ਹੈ, ਤਾਂ ਆਹ ਵਾਲਾ ਨੰਬਰ 145 ਜਿਹੜਾ ਉਹ ਐਲ ਹੈਗਾ, ਠੀਕ ਹੈ। ਇਸ ਤੋਂ ਜਿਹੜਾ ਆਪਣੀ ਬਾਰੰਬਾਰਤਾ ਜਿਹੜੀ ਹੈਗੀ ਹੈ ਆਹ ਵਾਲਾ ਐਫ ਹੈਗਾ, ਠੀਕ ਹੈ। ਇਸ ਫਾਰਮੂਲੇ ਦੇ ਵਿੱਚ ਕਿੱਥੇ ਐਫ ਹੈਗਾ, ਆਹ ਵਾਲਾ ਐਫ ਹੈਗਾ, ਠੀਕ ਹੈ। ਤਾਂ ਇਸ ਐਫ ਤੋਂ ਉੱਪਰ, ਇਸ ਮੱਧਿਕਾ ਵਰਗ ਤੋਂ ਉੱਪਰ ਜਿਹੜਾ ਵਰਗ ਹੈਗਾ, ਇਸ ਦੀ ਕਮੂਲੇਟਿਵ ਫ੍ਰੀਕੁਐਂਸੀ ਜਾਂ ਸੰਚਮੀ ਬਾਰੰਬਾਰਤਾ ਕਿੰਨੀ ਹੈ, ਤਾਂ ਤੁਸੀਂ ਦੇਖ ਰਹੇ ਹੋ 11 ਹੈਗੀ ਹੈ। ਆਹ ਵਾਲਾ ਸੀ ਐਫ ਹੈਗਾ ਆਪਣਾ, ਠੀਕ ਹੈ, ਜਿਹੜਾ ਆਪਾਂ ਨੇ ਇਸ ਫਾਰਮੂਲੇ ਦੇ ਵਿੱਚ ਇੱਥੇ ਪੁੱਟ ਕਰਨਾ ਹੈ, ਠੀਕ ਹੈ। ਮੇਰੇ ਖਿਆਲ ਤੁਹਾਨੂੰ ਕਲੀਅਰ ਹੋ ਗਿਆ ਕਿੱਥੇ ਕੀ ਪਿਆ। ਇੱਕ ਵਾਰੀ ਫਿਰ ਸੁਣ ਲਓ। ਸਭ ਤੋਂ ਪਹਿਲਾਂ ਤੁਸੀਂ ਇਹਨਾਂ ਅੰਕੜਿਆਂ ਦੇ ਵਿੱਚ ਸਭ ਤੋਂ ਵੱਡਾ ਕਿੰਨਾ ਆਉਂਦਾ ਹੈਗਾ, ਇਸ ਕਮੂਲੇਟਿਵ ਫ੍ਰੀਕੁਐਂਸੀ ਵਾਲੇ ਕਾਲਮ ਦੇ ਵਿੱਚ ਸੰਚਮੀ ਬਾਰੰਬਾਰਤਾ ਦੇ ਵਿੱਚ ਕਿੰਨਾ ਆਉਂਦਾ ਹੈਗਾ, ਮਤਲਬ ਇਹ ਤੁਹਾਡਾ ਸਾਰੀ ਬਾਰੰਬਾਰਤਾਵਾਂ ਦਾ ਜੋੜ ਹੁੰਦਾ ਹੈ। ਇਹ 51 ਜਿਹੜਾ ਇਹ ਜੋੜ ਹੈਗਾ, ਕਿਹਦਾ ਜੋੜ ਹੈਗਾ, ਇਹ ਐਫ ਦਾ ਜੋੜ ਹੈਗਾ, ਫ੍ਰੀਕੁਐਂਸੀ ਸਾਰੀ ਫ੍ਰੀਕੁਐਂਸੀ ਦਾ ਜੋੜ 51 ਹੈ। ਹੁਣ ਕੀ ਕਰਨਾ ਹੁੰਦਾ ਹੈ, ਇਸ ਦਾ ਅੱਧਾ ਕਰਨਾ ਹੁੰਦਾ ਹੈ। ਅੱਧਾ ਕਰਕੇ ਕੀ ਆਏਗਾ ਤੁਹਾਡੇ ਕੋਲੇ 25.5 ਆ ਗਿਆ, ਠੀਕ ਹੈ। ਤਾਂ 25.5 ਜਿਹੜਾ ਹੈ ਤੁਹਾਡੇ ਕੋਲੇ, ਇਸ ਨੂੰ ਦੇਖਣਾ ਹੈ ਤੁਸੀਂ ਹੁਣ ਇਸ ਕਾਲਮ ਦੇ ਵਿੱਚ ਇਹ 25.5 ਕਿੱਥੇ ਕੁ ਜੀ ਆਉਂਦਾ ਹੈਗਾ। ਤਾਂ ਇੱਥੋਂ ਤੱਕ 11 ਜਿਹੜੇ ਅੰਕੜੇ ਹੈਗੇ ਉਹ ਇੱਥੋਂ ਤੱਕ ਕੰਪਲੀਟ ਹੋ ਜਾਂਦੇ ਆ। ਤਾਂ 25.5ਵਾਂ ਅੰਕੜਾ ਜਿਹੜਾ ਉਹ ਇੱਥੇ ਆਏਗਾ, ਠੀਕ ਹੈ। 29 ਤੁਸੀਂ ਦੇਖ ਰਹੇ ਹੋ ਇੱਥੋਂ ਤੱਕ 29 ਆ ਜਾਂਦੇ। ਤਾਂ ਇਸ ਵਰਗ ਦੇ ਵਿੱਚ ਜਿਹੜਾ ਹੈ ਉਹ ਆਪਣੇ ਕੋਲ 145 ਤੋਂ 150 ਵਾਲੇ ਵਰਗ ਦੇ ਵਿੱਚ ਆਪਣੇ ਕੋਲ ਆਏਗਾ ਮੱਧਿਕਾ ਵਰਗ, ਠੀਕ ਹੈ। ਇਹ ਮੱਧਿਕਾ ਵਰਗ ਸੀਗਾ, ਇਸ ਨੂੰ ਮੈਂ ਥੋੜਾ ਜਿਹਾ ਸਾਫ਼ ਕਰਦਾ, ਵਾਲਾ ਹੋ ਗਿਆ ਆਈ ਥਿੰਕ ਹੁਣ ਕਲੀਅਰ ਹੈ, ਠੀਕ ਹੈ। ਤਾਂ ਆਹ ਵਾਲਾ ਜਿਹੜਾ ਹੈ ਇਹ ਐਲ ਹੈਗਾ, ਠੀਕ ਹੈ। ਆਹ ਵਾਲਾ ਐਫ ਹੈਗਾ ਤੇ ਆਹ ਵਾਲਾ ਸੀ ਐਫ ਹੈਗਾ, ਠੀਕ ਹੈ। ਐਚ ਕੀ ਚੀਜ਼ ਹੈਗੀ, ਇੱਕ ਐਚ ਰਹਿ ਗਿਆ ਆਪਣੇ ਕੋਲੇ। ਐਚ ਜਿਹੜਾ ਹੈ ਉਹ ਇਹਨਾਂ ਦੋਵਾਂ ਦੇ ਵਿਚਕਾਰ ਦੂਰੀ ਹੈਗੀ ਹੈ। ਤਾਂ ਇਹ ਭੱਜ ਦੀ ਦੂਰੀ ਹੈਗੀ 160 ਤੋਂ 65 ਤੱਕ 55, 145 ਤੋਂ 50 ਤੱਕ 55, 145 ਤੋਂ 50 ਤੱਕ ਜਿਹੜਾ ਹੈ ਉਹ ਵੀ 5 ਦਾ ਅੰਤਰ ਹੈਗਾ, ਤੇ 160 ਤੋਂ 165 ਤੱਕ ਵੀ ਜਿਹੜਾ ਹੈ ਉਹ 5 ਦਾ ਅੰਤਰ ਹੈਗਾ, ਠੀਕ ਹੈ। ਇਹ ਸਾਂਝਾ ਅੰਤਰ ਜਿਹੜਾ ਇਹਨਾਂ ਵਿਚਕਾਰ ਵਰਗ ਦਾ ਅੰਤਰਾਲ ਕਿੰਨਾ ਹੈਗਾ। ਤਾਂ ਹੁਣ ਆਪਾਂ ਇਹ ਵੈਲਿਊਜ਼ ਪੁੱਟ ਕਰਦੇ ਹਾਂ ਤੇ ਦੇਖਦੇ ਹਾਂ ਕੀ ਬਣਦਾ ਹੈ। ਸਭ ਤੋਂ ਪਹਿਲਾਂ ਐਲ ਦਾ ਨੰਬਰ ਆਉਂਦਾ, ਐਲ ਕਿੰਨਾ ਲਿਖਿਆ ਆਪਾਂ ਨੇ, ਤਾਂ ਐਲ ਜਿਹੜਾ ਹੈਗਾ ਉਹ 145 ਹੈਗਾ, ਆਹ ਵਾਲਾ ਐਲ ਹੈਗਾ 145 ਪਲੱਸ, ਠੀਕ ਹੈ, n ਬਟਾ 2। n ਬਟਾ 2 ਕਿੰਨਾ ਹੈਗਾ, ਤੁਸੀਂ ਆ ਲਿਖਿਆ ਹੋਇਆ, ਆ n ਬਟਾ 2 ਹੈਗਾ, ਆ n ਹੈਗਾ, ਮੈਂ ਕਿਤੇ ਮੈਂਸ਼ਨ ਸ਼ਾਇਦ ਕਰਨਾ ਰਹਿ ਗਿਆ। ਤਾਂ ਆ 51 ਜਿਹੜਾ ਹੈ ਉਹੀ n ਹੈਗਾ, ਆ ਵੀ n ਹੈਗਾ ਤੇ ਆ ਵੀ n ਹੈਗਾ, ਠੀਕ ਹੈ। ਤਾਂ 51 ਬਟਾ 2 ਤਾਂ 25.5 ਜਿਹੜਾ ਹੈ ਉਹ 25.5 ਮਾਈਨਸ ਸੀ ਐਫ ਜਿਹੜਾ ਤੁਸੀਂ ਦੇਖ ਰਹੇ ਹੋ ਇਸ ਜਿਹੜੀ ਆਪਣੀ ਆਹ ਵਾਲੀ ਕਲਾਸ ਹੈਗੀ 145 ਤੋਂ 50 ਵਾਲੀ ਮੱਧਿਕਾ ਕਲਾਸ, ਜਿਸ ਨੂੰ ਆਪਾਂ ਕਹਿੰਦੇ ਹਾਂ ਮੱਧਿਕਾ ਵਰਗ ਕਹਿੰਦੇ ਹਾਂ। ਇਸ ਤੋਂ ਉੱਪਰਲੇ ਵਰਗ ਦਾ ਜਿਹੜੀ ਕਮੂਲੇਟਿਵ ਫ੍ਰੀਕੁਐਂਸੀ ਹੁੰਦੀ ਹੈ ਉਹ ਸੀ ਐਫ ਹੁੰਦਾ ਹੈ, ਇਸ ਤੋਂ ਉੱਪਰ ਹੁੰਦਾ ਹੈ। ਗਲਤੀ ਨਾਲ ਆ 29 ਨਹੀਂ ਲਿਖਣਾ, ਆਹ ਵਾਲਾ ਸੀ ਐਫ 11 ਲਿਖਣਾ ਇੱਥੇ, ਠੀਕ ਹੈ, ਬਟਾ 11 ਭਾਗ ਐਫ ਫ੍ਰੀਕੁਐਂਸੀ। ਇਸ ਮੱਧਿਕਾ ਵਰਗ ਦੀ ਫ੍ਰੀਕੁਐਂਸੀ ਕਿੰਨੀ ਹੈ, ਬਟਾ 18 ਤੇ ਇਸ ਨੂੰ ਆਪਾਂ ਨੇ 5 ਨਾਲ ਗੁਣਾ ਕਰਨਾ ਹੈ, ਠੀਕ ਹੈ। ਤਾਂ ਇਹੀ ਆਪਣੀ ਮੱਧਿਕਾ ਹੋਏਗੀ। ਇਸ ਨੂੰ ਆਪਾਂ ਹੱਲ ਕਰ ਦਿੰਦੇ ਹਾਂ, ਹੁਣ ਦੇਖ ਲੈਂਦੇ ਹਾਂ ਕਿੰਨਾ ਬਣਦਾ ਹੈ। ਤਾਂ 145 ਪਲੱਸ 25 ਦੇ ਵਿੱਚੋਂ 11 ਘਟਾਓਗੇ ਤੁਹਾਡੇ ਕੋਲੇ 14, 14.5 ਰਹਿ ਗਿਆ, ਠੀਕ ਹੈ। 14.5 ਬਟਾ 18 ਗੁਣਾ 5, 14 5 70 ਕਿੰਨਾ ਹੋ ਗਿਆ, ਇੱਥੋਂ ਜਿਹੜਾ ਤੁਸੀਂ ਬਟਾ ਕਰ ਲਓ ਇਹਨੂੰ, ਠੀਕ ਹੈ, ਠੀਕ ਹੈ। 145 ਪਲੱਸ 145 ਬਟਾ 10 ਗੁਣਾ 5, ਠੀਕ ਹੈ। ਤੇ ਇੱਕ ਨਾਲ 18 ਵੀ ਹੈਗਾ ਆਪਣੇ ਕੋਲੇ, ਤਾਂ ਇਹ 18 ਵੀ ਲਿਖਦੇ ਹਾਂ, ਠੀਕ ਹੈ। ਇਹ ਕਿਵੇਂ ਆ ਗਿਆ 145 ਜਿਹੜਾ ਆ ਕਿੱਥੋਂ ਆਇਆ, ਤਾਂ ਇਹ 14.5 ਨੂੰ ਜਿਹੜਾ ਉਹ ਆਪਾਂ ਨੇ 145 ਬਟਾ 10 ਲਿਖਿਆ, ਕੀ ਹੈ, ਇੱਕ 14.5 ਇਹ 145 ਬਟਾ 10 ਹੈਗਾ, ਠੀਕ ਹੈ। ਤਾਂ ਆਹ ਵਾਲਾ 145 ਆ 1 ਬਟਾ 10। ਤਾਂ ਹੁਣ ਆਪਾਂ ਇਸ ਨੂੰ ਦੇਖਦੇ ਹਾਂ ਕੀ ਬਣਦਾ ਹੈ। ਤਾਂ 145 ਪਲੱਸ ਇਹਨੂੰ ਕੱਟਵੱਡ ਜੇਕਰ ਹੁੰਦੀ ਹੈ ਤਾਂ ਕਰ ਦਿਓ, ਕਿੱਥੇ ਹੋ ਜਾਏਗੀ, ਆਹ ਵਾਲੀ ਹੋ ਜਾਏਗੀ, ਠੀਕ ਹੈ। ਤਾਂ 145 ਬਟਾ 36, ਠੀਕ ਹੈ। ਇਹ ਤੁਹਾਡਾ ਇੰਨਾ ਆ ਗਿਆ। ਵੈਸੇ 18 ਨਾਲ ਭਾਗ ਕਰਨਾ ਸੌਖਾ ਸੀਗਾ, ਠੀਕ ਹੈ ਜੀ। ਇਸ ਨੂੰ ਐਵੇਂ ਕਰਦੇ ਹਾਂ ਆਪਾਂ, ਬਾਕੀ ਤੁਸੀਂ ਇਹਨੂੰ ਭਾਗ ਕਰਕੇ ਸਿੱਧਾ ਵੀ ਲਿਖ ਸਕਦੇ ਹੋ, ਹੁਣ ਤੁਹਾਡੀ ਮਰਜ਼ੀ ਹੈਗੀ। ਮੈਂ ਇਹਨੂੰ ਕੱਟਵੱਡ ਜਿਹੜੀ ਆਪਾਂ ਨੇ ਕੀਤੀ ਸੀ ਇਹ ਨਹੀਂ ਕਰਦਾ, ਠੀਕ ਹੈ। 145 ਗੁਣਾ 5, ਤਾਂ ਇਸ ਨੂੰ ਤੁਸੀਂ 145 ਨੂੰ ਜਿਹੜਾ ਤੁਸੀਂ 5 ਨਾਲ ਗੁਣਾ ਕਰੋ ਕਿੰਨਾ ਆ, 145 5 ਕਿੰਨਾ ਹੁੰਦਾ ਹੈ, ਠੀਕ ਹੈ। ਗੁਣਾ 5 ਕਰਦੇ ਹਾਂ ਤਾਂ ਕਿੰਨਾ ਆਉਂਦਾ ਹੈ, ਤਾਂ 5 5 25 2 ਅਸਲ ਅਤੇ 14 5 70 ਤੇ 2 72, ਠੀਕ ਹੈ। ਤਾਂ 72.5 ਆ ਗਿਆ ਜੀ ਇਹ ਉੱਪਰ ਜਿਹੜਾ ਹੈ।
ये 72.5 72.5 बटा 18 गुणा 10। ठीक है, तो इस नूं तुसीं एक बार 18 नाल भाग कर लो, 18 चौकी जिहड़ा वो 72 हुंदा है। ठीक है, तो होर तुहाडे कोल कितना उपर इत्थे आएगा, इत्थे पॉइंट आ गया तो पॉइंट लगावांगे। ठीक है, 5 उतारांगे, इत्थे 0 लगावांगे तो आ 50 हो जाएगा तुहाडे कोल, क्योंकि 5 जिहड़ा सीधा भाग नहीं हुंदा इहदे नाल 18 नाल। तो 18 दूना 36, 18 तीए 54, तो दूना 36। ठीक है, तो तुहाडे कोल 14 बच जाएगा। ठीक है, तो 14 जिहड़ा है इत्थों तक ही आपां कर लैंदे मेरे ख्याल बहुत है। ਤੇ ਇਸ ਨੂੰ ਜਿਹੜਾ ਹੈ ਹੁਣ ਤੁਸੀਂ ਕੀ ਲਿਖਣਾ ਹੈ, 145 ਪਲੱਸ 72 ਬਟਾ 72 ਬਟਾ 18 ਨੂੰ ਜਿਹੜਾ ਹੈ ਉਹ ਲਿਖੋਗੇ 4.02 ਬਟਾ 10। ਜੇ ਇਸ ਨੂੰ ਆਪਾਂ ਨੇ ਕੁਝ ਨਹੀਂ ਕੀਤਾ, ਇਹ ਬਟਾ 10 ਉਵੇਂ ਹੀ ਰਹੇਗਾ ਜੀ। ਠੀਕ ਹੈ, ਤਾਂ 145 ਪਲੱਸ ਹੁਣ ਇਹਨੂੰ 10 ਨਾਲ ਭਾਗ ਕਰੋਗੇ ਤਾਂ ਆ ਪੁਆਇੰਟ ਜਿਹੜਾ ਹੈ ਇਹ ਇੱਕ ਡਿਜਿਟ ਇੱਧਰ ਸ਼ਿਫਟ ਹੋ ਜਾਏਗਾ, ਮਤਲਬ ਇਹ ਤੁਹਾਡੇ ਕੋਲ ਬਣ ਜਾਏਗਾ 0.402 ਲਗਭਗ ਹੁੰਦਾ ਹੈ। ठीक है, क्योंकि आपां ने तुसीं देखिया कि आपां ने भाग जिहड़ी विचाले छड्ड दित्ती सीगी, इत्थे 14 बचा ही रहा सीगा। ठीक है, तो वो जिहड़ा इस करके आ वाला लगभग लिखिया आपां ने, जे उत्थे पूरा पूरा भाग कर दिंदे किसी तरीके नाल जे हुंदा हुंदा तां, पर हो नहीं रहा तो आपां ने छड्ड दित्ता। ठीक है, तो हुण इन्हां दा जोड़ कर दिओ तो 145.402 ये वाला जिहड़ा मध्यिका रहेगी जी, ये मध्यिका हैगी है जी तुहाडे कोल। ठीक है, इस तरीके नाल इह सवाल जिहड़ा अपना कंप्लीट हुंदा है। आओ हुण अगले सवाल ते चलदे हां। ਇੱਥੇ ਇੱਕ ਗੱਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜਾ ਹੈ ਇਹ 18ਵਾਂ ਕੁਐਸਚਨ ਜਿਹੜਾ ਹੈਗਾ ਤੁਹਾਡਾ, ਇਸ ਦੇ ਵਿੱਚ ਇੱਕ ਸਵਾਲ ਮੱਧਮਾਨ ਦਾ ਜ਼ਰੂਰ ਆਏਗਾ। ਮੱਧਮਾਨ ਦਾ ਸਵਾਲ ਜ਼ਰੂਰ ਆਵੇਗਾ, ਇਸ ਕਰਕੇ ਤੁਸੀਂ ਮੱਧਮਾਨ ਦੇ ਜਿੰਨੇ ਵੀ ਸਵਾਲ ਹੈਗੇ ਉਹਨਾਂ ਨੂੰ ਚੰਗੀ ਤਰ੍ਹਾਂ ਕਰਕੇ ਜਾਓ ਤਾਂ ਕਿ ਤੁਹਾਨੂੰ ਪੇਪਰ ਦੇ ਵਿੱਚ ਕੋਈ ਔਖਾਈ ਨਾ ਆਵੇ। ਠੀਕ ਹੈ, ਆਹ ਵਾਲਾ ਸਵਾਲ ਜਿਹੜਾ ਸੀਗਾ ਇਹ ਥੋੜਾ ਜਿਹਾ ਟੇਢਾ ਹੈਗਾ, ਕਿਉਂਕਿ ਇਹਦੇ 'ਚ ਸਿੱਧੀ ਬਾਰੰਬਾਰਤਾ ਨਹੀਂ ਦਿੱਤੀ ਹੋਈ ਤੁਹਾਨੂੰ। ਇਹ ਬਾਰੰਬਾਰਤਾ ਤੁਹਾਨੂੰ ਜਿਵੇਂ ਆਪਾਂ ਨੇ ਪਿੱਛੇ ਬਣਾਈ ਸੀਗੀ ਉਵੇਂ ਬਣਾਉਣੀ ਪੈਣੀ ਹੈ, ਕਿੰਨੇ ਤੋਂ ਕਿੰਨੇ, ਕਿੰਨੇ ਤੋਂ ਕਿੰਨੇ, ਹਨਾ। ਤਾਂ ਇਹ ਥੱਲੇ ਵਾਲਾ ਸਵਾਲ ਜਿਹੜਾ ਹੈ ਇਹ ਸਿੱਧਾ ਸਿੱਧਾ ਤੁਹਾਡੇ ਕੋਲੇ ਹੋਵੇਗਾ, ਇੱਕ ਸਵਾਲ ਅਜਿਹਾ। ਠੀਕ ਹੈ, ਤਾਂ ਆਪਾਂ ਇਸ ਨੂੰ ਦੇਖਦੇ ਹਾਂ ਕਿਵੇਂ ਕਰਦੇ। ਤਾਂ ਇਹ ਵਰਗ ਜਿਹੜਾ ਹੈਗਾ ਇਹ ਹੈਗਾ 45 ਤੋਂ 55 ਵਾਲੇ ਜਿਹੜੇ ਕੀ ਦਿੱਤਾ ਕਿ ਤੁਹਾਨੂੰ ਸਾਖਰਤਾ ਦਰ ਦਿੱਤੀ ਹੋਈ ਹੈ। ਸਾਖਰਤਾ ਦਰ ਪ੍ਰਤੀਸ਼ਤ ਵਿੱਚ ਦਰਸਾਈ ਗਈ ਹੈ। ਤਾਂ ਸਾਖਰਤਾ ਦਰ 45 ਤੋਂ 50% ਸਾਖਰਤਾ ਹੈਗੀ ਹੈ। ਉਹਨਾਂ ਸ਼ਹਿਰਾਂ ਦੀ ਗਿਣਤੀ 3 ਹੈਗੀ ਹੈ। ਠੀਕ ਹੈ, ਉਹਨਾਂ ਦੀ ਗਿਣਤੀ 3 ਹੈਗੀ ਹੈ। ਬਾਰੰਬਾਰਤਾ ਹੈ, ਗਿਣਤੀ ਦਾ ਮਤਲਬ ਬਾਰੰਬਾਰਤਾ। ਠੀਕ ਹੈ, ਫ੍ਰੀਕੁਐਂਸੀ ਹੈਗੀ ਹੈ, ਆਹ ਵਾਲੀ ਫ੍ਰੀਕੁਐਂਸੀ ਹੈਗੀ। ਇਸ ਤੋਂ ਅੱਗੇ ਹੈਗਾ 55 ਤੋਂ ਲੈ ਕੇ 65 ਤੱਕ ਜਿਹੜੇ ਹੈ ਉਹ 10 ਹੈਗੇ। ਠੀਕ ਹੈ, 65 ਤੋਂ 70 ਵਾਲੇ ਕਿੰਨੇ, 75 ਵਾਲੇ ਕਿੰਨੇ ਹੈਗੇ, ਉਹ 11 ਹੈਗੇ। ਤੇ 75 ਤੋਂ 85 ਵਾਲੇ ਕਿੰਨੇ ਹੈ, ਕਿੰਨੇ ਸ਼ਹਿਰ ਹੈਗੇ, 8 ਹੈਗੇ। 85 ਤੋਂ 95 ਵਾਲੇ ਸ਼ਹਿਰਾਂ ਦੀ ਗਿਣਤੀ ਜਿਹੜੀ ਹੈ ਉਹ 3 ਦਿੱਤੀ ਹੋਈ ਹੈ ਤੁਹਾਨੂੰ। ਇੰਨਾ ਕੁਝ ਅੰਕੜੇ ਤੁਹਾਡੇ ਆਹ ਵਾਲੇ ਟੇਬਲ ਹੀ ਜਿਹੜਾ ਮੈਂ ਇਸ ਫਾਰਮ ਦੇ ਵਿੱਚ ਲਿਖਿਆ ਹੈ। ਠੀਕ ਹੈ, ਤਾਂ ਇਸ ਦੇ ਨਾਲ ਮੱਧਮਾਨ ਪਤਾ ਕਰਨ ਦੇ ਲਈ ਤੁਸੀਂ ਕੀ ਕਰ ਸਕਦੇ ਹੋ। ਤਾਂ ਇੱਕ ਤਾਂ ਜਿਹੜਾ ਸਿੱਧਾ ਹੀ ਹੈਗਾ ਕਿ ਇਹਨਾਂ ਦਾ ਜਿਹੜਾ ਹੈ XI ਪਤਾ ਕਰ ਲਿਆ ਜਾਵੇ। ਠੀਕ ਹੈ, XI ਪਤਾ ਕਰ ਲਿਆ ਜਾਵੇ। XI ਕਿਵੇਂ ਪਤਾ ਕਰਦੇ ਆ, ਇਹ ਫ੍ਰੀਕੁਐਂਸੀ ਹੈਗੀ ਤੁਹਾਡੇ ਕੋਲ। XI ਪਤਾ ਕਰਨ ਦੇ ਲਈ ਤੁਸੀਂ ਇਹਨਾਂ ਦਾ ਮੱਧਮਾਨ ਲੈਂਦੇ ਹੋ। ਮੱਧਮਾਨ ਕਿਵੇਂ, 45 ਪਲੱਸ 55 ਬਟਾ 2 ਉਹ 50 ਆ ਜਾਏਗਾ। ਠੀਕ ਹੈ, 45 ਪਲੱਸ 55 100 ਹੁੰਦਾ, 100 ਬਟਾ 2 50। ਠੀਕ ਹੈ, ਅੱਗੇ ਜਿੰਨਾ ਅੰਤਰ ਹੈਗਾ 10 ਦਾ ਅੰਤਰ ਤੁਸੀਂ ਦੇਖ ਰਹੇ ਹੋ, 45 ਤੋਂ 55 10 ਦਾ ਅੰਤਰ ਹੈਗਾ, ਤਾਂ ਆਹ ਵਾਲਾ 60 ਆ ਜਾਏਗਾ, ਆਹ ਵਾਲਾ 70 ਆ ਜਾਏਗਾ, ਆਹ 80 ਆਏਗਾ, ਇਹ 90 ਆਏਗਾ। ਠੀਕ ਹੈ, ਤਾਂ ਇਸ ਤਰੀਕੇ ਨਾਲ ਤੁਸੀਂ ਇਹਨਾਂ ਦੀ ਬਾਰੰਬਾਰਤਾ ਲਿਖ ਸਕਦੇ, ਆਪਣਾ ਕਲਾਸ ਮਾਰਕ ਲਿਖ ਸਕਦੇ ਹੋ, ਵਰਗ ਚਿੰਨ੍ਹ ਲਿਖ ਸਕਦੇ ਹੋ। ਇਸ ਨੂੰ ਵਰਗ ਚਿੰਨ੍ਹ ਕਹਿੰਦੇ ਆ। XI ਜਿਹੜਾ ਵਰਗ ਚਿੰਨ੍ਹ ਹੈਗਾ। ਠੀਕ ਹੈ, ਕੀ ਕਹਿੰਦੇ ਇਸ ਦਾ ਕੀ ਨਾਮ ਹੈ, ਵਰਗ ਚਿੰਨ੍ਹ ਜਾਂ ਕਲਾਸ ਮਾਰਕ XI। ਠੀਕ ਹੈ, ਇਸ ਕਲਾਸ ਦਾ ਜਿਹੜਾ ਰੈਪਰੈਜ਼ੈਂਟੇਟਿਵ ਜਾਂ ਇਸ ਦਾ ਜਿਹੜਾ ਨੁਮਾਇੰਦਾ ਕਹਿ ਲਓ ਤਾਂ ਉਹ 70 ਹੈਗਾ। ਇਸੇ ਤਰੀਕੇ ਨਾਲ 65 ਤੋਂ 55 ਵਾਲੇ ਦਾ ਨੁਮਾਇੰਦਾ ਜਾਂ ਰੈਪਰੈਜ਼ੈਂਟੇਟਿਵ ਜਿਹੜਾ ਉਹ 60 ਹੈਗਾ, 60 ਹੈਗਾ। ਇਸ ਤਰੀਕੇ ਨਾਲ ਬਾਕੀਆਂ ਦੇ। ਹੁਣ ਕੀ ਕਰਨਾ ਹੁੰਦਾ ਹੈ, ਹੁਣ XI ਤੇ FI ਨੂੰ ਗੁਣਾ ਕਰਨਾ ਹੁੰਦਾ ਹੈ। XI ਗੁਣਾ FI। ਠੀਕ ਹੈ, ਤਾਂ ਇਹ ਤੁਹਾਡਾ 50 ਗੁਣਾ 3 150, 10 ਗੁਣਾ 6 600 ਤੇ 7 ਗੁਣਾ 11 70 ਗੁਣਾ 11 ਤਾਂ 777 ਹੋ ਗਿਆ ਜੀ। 11 7 77 ਤੇ ਨਾਲ 0 8 8 64 640 9 3 27 270 ਜੋੜ ਕਰ ਦਿਓ। ਠੀਕ ਹੈ, ਸਿਗਮਾ FI ਕਿੰਨਾ ਹੈਗਾ ਤਾਂ ਤੁਹਾਨੂੰ ਪਹਿਲਾਂ ਦਿੱਤਾ ਹੈ ਕਿ 35 ਸ਼ਹਿਰਾਂ ਦਾ ਸਾਖਰਤਾ ਦਰ ਹੈਗੀ ਹੈ। ਠੀਕ ਹੈ, ਤਾਂ ਆਹ ਵਾਲਾ ਸਿਗਮਾ F ਹੈਗਾ, ਇਹ 35 ਹੈਗਾ ਜੀ। ਇਹਦਾ ਜੋੜ ਜਿਹੜਾ ਹੈ ਇਸ ਨੂੰ ਆਪਾਂ ਲਿਖਦੇ ਹਾਂ ਸਿਗਮਾ F। ਠੀਕ ਹੈ, ਸਿਗਮਾ F ਕਿੰਨਾ ਹੈ, 35। ਸਿਗਮਾ ਦਾ ਮਤਲਬ ਜੋੜ, F ਦਾ F ਵਾਲੇ ਕਾਲਮ ਦਾ ਜੋੜ। ਠੀਕ ਹੈ, ਇਸ XI ਦੀ ਜੋੜ ਕਰਨ ਦੀ ਲੋੜ ਨਹੀਂ ਹੈਗੀ ਆਪਾਂ ਨੂੰ। XI FI ਇਹਨੂੰ ਜੋੜ ਕਰਨਾ ਆਪਾਂ ਨੇ, ਆ ਕਰ ਲੈਂਦੇ ਆਪਾਂ। ਠੀਕ ਹੈ, 0 5 7 12 4 16 16 ਤੇ 7 23 2
1 3 6 9 7 16 6 22 22 ਤੇ 2 24 2430 ठीक है। ਤਾਂ ਆਹ ਵਾਲਾ ਕੀ ਚੀਜ਼ ਹੈਗੀ ਹੈ, ਇਹ ਹੈਗਾ ਸਿਗਮਾ XI ਇਹਨਾਂ ਦਾ ਜੋੜ ਹੈ। ਹੁਣ ਆਪਣੇ ਕੋਲੇ ਮੱਧਮਾਨ ਦਾ ਸੂਤਰ ਕੀ ਹੁੰਦਾ ਹੈ, ਮੱਧਮਾਨ ਦਾ ਸੂਤਰ ਹੁੰਦਾ ਹੈ x ਬਾਰ ਨਾਲ ਲਿਖਦੇ ਆ ਇਸ ਨੂੰ, ਠੀਕ ਹੈ। ਮੱਧਮਾਨ x ਬਾਰ ਜੇਕਰ ਅੰਕੜੇ x ਦੇ ਨਾਲ ਲਿਖੇ ਤਾਂ x ਬਾਰ, ਜੇ y ਨਾਲ ਲਿਖੇ ਤਾਂ y ਬਾਰ, ਇਸ ਤਰੀਕੇ ਨਾਲ। ਤਾਂ ਆਪਾਂ ਨੇ x ਨਾਲ ਇੱਥੇ xi ਪਾਏ ਤੇ ਇਹਦਾ ਮਤਲਬ ਇਹ x ਬਾਰ ਲਿਖ ਦਾਂਗੇ। ਫਾਰਮੂਲਾ ਸਿੱਧਾ ਜਿਹਾ ਫਾਰਮੂਲਾ ਹੈ XI FI ਬਟਾ ਸਿਗਮਾ FI, ਠੀਕ ਹੈ। ਤੇ ਸਿਗਮਾ FI ਜਿਹੜਾ ਤੁਹਾਡਾ n ਹੀ ਹੁੰਦਾ, ਇਸ ਨੂੰ n ਵੀ ਲਿਖਦੇ ਆਪਾਂ ਨਾਲ, ਠੀਕ ਹੈ। ਤਾਂ 35n ਜਿਹੜਾ ਆਹ ਵਾਲਾ ਜੋੜ ਹੈਗਾ ਜਾਂ ਆਹ ਵਾਲਾ n ਹੈਗਾ, 35 ਹੀ n ਜਾਂ ਫਿਰ ਇਸ ਨੂੰ ਸਿਗਮਾ FI ਲਿਖਦੇ ਆ, ਠੀਕ ਹੈ। ਅੱਗੇ ਦੇਖਦੇ ਹਾਂ। ਤਾਂ ਇਹ ਫਾਰਮੂਲੇ ਦੇ ਵਿੱਚ ਵੈਲਿਊ ਪੁੱਟ ਕਰਦੇ ਆ ਤਾਂ ਮੱਧਮਾਨ ਕਿੰਨਾ ਨਿਕਲਦਾ ਹੈ, x ਬਾਰ ਬਰਾਬਰ 2430 ਬਟਾ 35, ਠੀਕ ਹੈ। ਤਾਂ ਇਸ ਨੂੰ ਤੁਸੀਂ ਭਾਗ ਕਰ ਲੈਣਾ ਹੈ, ਤੁਹਾਡਾ ਜਵਾਬ ਆ ਜਾਏਗਾ, ਠੀਕ ਹੈ। ਨਹੀਂ ਭਾਗ ਨਹੀਂ ਹੁੰਦੀ ਤੁਹਾਡੇ ਤੋਂ, ਤੁਸੀਂ ਇਹਨੂੰ ਛੱਡ ਦਿਓ ਜੇ, ਫਿਰ ਉਹ ਕੀ ਹੈ। ਬਾਕੀ ਇਹਨੂੰ ਕੋਸ਼ਿਸ਼ ਕਰੋਗੇ ਤੁਸੀਂ ਇਹਨੂੰ 5 ਨਾਲ, ਤੁਸੀਂ ਦੇਖ ਰਹੇ ਹੋ ਤੇ ਸਿਫਰ ਆ ਰਹੀ, 5 ਨਾਲ ਭਾਗ ਹੋ ਜਾਏਗਾ, ਇੱਥੇ 7 ਆ ਜਾਏਗਾ, ਇਹਨੂੰ 5 ਨਾਲ ਭਾਗ ਕਰਦੇ ਆਪਾਂ ਤਾਂ ਕਿੰਨਾ ਆਏਗਾ, 5 ਚੌਕੇ 20, 4 3 43, 5 8 40, 3 0 3 0 ਦਾ 6 ਹੋ ਗਿਆ ਜੀ ਤੁਹਾਡੇ ਕੋਲੇ, 6 5 30 ਹੁੰਦਾ ਹੈ, ਠੀਕ ਹੈ। 5 ਨਾਲ ਭਾਗ ਕਰਨ ਤੇ 486 ਬਟਾ 7 ਬਣ ਗਿਆ ਜੀ, 486 ਬਟਾ 7। ਚਾਰ ਸੌ 86 ਬਟਾ 7 ਤੇ 486 ਨੂੰ ਆਪਾਂ 7 ਨਾਲ ਭਾਗ ਕਰਦੇ ਹਾਂ, ਦੇਖਦੇ ਹਾਂ ਕਿੰਨਾ ਆਉਂਦਾ ਹੈ। ਤਾਂ 7 ਤੋਂ 7 ਹੀ 49 ਹੁੰਦਾ ਹੈ, ਤਾਂ 7 ਤੋਂ 6 ਕੇ 42, ਠੀਕ ਹੈ। 6 ਫਿਰ 6 ਭਾਗ ਨਹੀਂ ਹੁੰਦਾ, ਹਨਾਉਣਾ ਵੀ ਨਹੀਂ ਸੀਗਾ ਕਿਉਂਕਿ ਜੇ ਇੱਥੇ ਆਪਾਂ ਵੱਡੇ ਤੋਂ ਵੱਡਾ ਲਿਖਣਾ ਹੁੰਦਾ, ਠੀਕ ਹੈ। ਤਾਂ ਵੱਡੇ ਤੋਂ ਵੱਡਾ ਜਿਹੜਾ ਲਿਖਿਆ ਸੀਗਾ ਤਾਂ ਆਪਾਂ ਨੇ 6 ਹੈ। ਤਾਂ ਇਸ ਤੋਂ ਅੱਗੇ ਜਿਹੜਾ ਹੈ ਆਹ ਵਾਲਾ 6 ਹੋਰ ਉਤਾਰਾਂਗੇ, ਠੀਕ ਹੈ। ਤਾਂ 9 7 63 ਹੁੰਦਾ ਹੈ, ਠੀਕ ਹੈ। 9 7 63 ਕਿੰਨਾ ਬਚ ਗਿਆ, 3 3 ਇੱਥੇ ਪੁਆਇੰਟ ਲੱਗ ਜਾਏਗਾ, ਇੱਥੇ 0 ਲਗਾ ਲਾਂਗੇ ਫਿਰ ਆਪਾਂ। ਤਾਂ 7 ਚੌਕੇ 28, ਤਾਂ 30 ਦੇ ਥੱਲੇ 28 ਲਿਖਾਂਗੇ ਤਾਂ ਕਿੰਨਾ ਬਚੇਗਾ, 2 0, ਠੀਕ ਹੈ। ਤੇ 7 ਦੂਣੀ 14, ਠੀਕ ਹੈ। ਫਿਰ 6 ਬਚ ਜਾਏਗਾ। ਇਸ ਤਰੀਕੇ ਨਾਲ ਇਹ ਪ੍ਰੋਸੈਸ ਕਦੇ ਖਤਮ ਨਹੀਂ ਹੋਣਾ। 4 2 ਵੈਸੇ ਦੇਖ ਲਓ, ਜੇ ਦੇਖਣਾ ਚਾਹੁੰਦੇ ਹੋ ਤਾਂ ਇਸ ਨੂੰ ਇਹ ਜਿਹੜਾ ਹੈ 4 2 8 5 7 1 4 2 8 5 7 ਇਸ ਤਰ੍ਹਾਂ ਦਾ ਇਹ ਚੱਲੇਗਾ, ਠੀਕ ਹੈ। ਤੁਹਾਨੂੰ ਜਿਹੜਾ 2 ਦਸ਼ਮਲਵ ਜਾਂ 3 ਦਸ਼ਮਲਵ ਸਥਾਨਾਂ ਤੱਕ ਹੀ ਬਹੁਤ ਹੈਗਾ, ਤਾਂ ਇੱਥੋਂ ਤੱਕ ਬਹੁਤ ਹੈਗਾ, ਠੀਕ ਹੈ। ਤਾਂ 0.4 2 8 ਇੱਥੋਂ ਤੱਕ, ਤਾਂ ਇਹ ਹੋ ਗਿਆ ਤੁਹਾਡੇ ਕੋਲੇ 69.42 ਤੇ 8 ਤੋਂ ਅਗਲਾ ਤੁਸੀਂ ਦੇਖ ਰਹੇ ਹੋ ਕਿ ਇਹ 9 ਹੈਗਾ, ਠੀਕ ਹੈ। ਤਾਂ ਸੌਰੀ 5 ਹੈਗਾ, ਤਾਂ 5 ਜਿਹੜਾ ਹੈ ਤਾਂ ਇਸ ਨੂੰ ਆਪਾਂ ਨੇ 1 ਵਧਾ ਦੇਣਾ। ਫਿਰ ਜੇ 5 ਜਾਂ 5 ਤੋਂ ਵੱਧ ਹੋਵੇ ਨਾ ਅਗਲਾ ਅੰਕ, ਤਾਂ ਇਸ ਨੂੰ ਆਪਾਂ 1 ਵਧਾ ਦਿੰਦੇ ਹਾਂ, ਤਾਂ ਇਸ ਨੂੰ ਆਪਾਂ ਲਗਭਗ ਜਿਹੜਾ ਉਹ ਐਵੇਂ ਲਿਖ ਦਾਂਗੇ, ਠੀਕ ਹੈ। ਇਹ ਲਗਭਗ ਜਿਹੜਾ ਉਹ 69.429 ਹੈਗਾ। ਜੇ ਇਹਨੂੰ 2 ਦਸ਼ਮਲਵ ਸਥਾਨਾਂ ਤੱਕ ਰੱਖਣਾ ਹੋਵੇ ਤਾਂ ਜੇ ਆ 5 ਜਾਂ 5 ਤੋਂ ਵੱਧ ਤੱਕ ਦਾ ਅੰਕ ਹੈਗਾ ਤਾਂ ਇਸ ਨੂੰ ਆਪਾਂ ਇਹ ਪਹਿਲੇ ਵਾਲੇ ਨੂੰ 2 ਨੂੰ ਮਤਲਬ 1 ਵਧਾਵਾਂਗੇ, ਨਹੀਂ ਤਾਂ ਉਹਨੂੰ ਨਹੀਂ ਰਹਿਣ ਦੇਣਗੇ, ਠੀਕ ਹੈ। ਤਾਂ ਇੱਥੇ 2 3 ਵੀ ਹੋ ਸਕਦਾ, ਇਸ ਨੂੰ ਐਵੇਂ ਵੀ ਲਿਖਿਆ ਜਾ ਸਕਦਾ, ਠੀਕ ਹੈ। ਆ ਵੀ ਜਵਾਬ, ਠੀਕ ਹੈ। ਜੇ ਅਗਲਾ ਜੇ 1 ਅੰਕ ਤੱਕ ਲਿਖਣਾ ਹੋਵੇ ਤਾਂ ਫਿਰ ਕੀ ਲਿਖਾਂਗੇ, ਤਾਂ ਫਿਰ ਆਪਾਂ ਇਸ ਨੂੰ ਲਿਖਾਂਗੇ 69.4, ਕਿਉਂਕਿ ਆਹ ਵਾਲਾ ਜਿਹੜਾ ਹੈ ਇਹ 5 ਤੋਂ ਘੱਟ ਹੈਗਾ, 5 ਤੱਕ ਹੋਵੇ, ਠੀਕ ਹੈ। 5 ਜਾਂ 5 ਤੋਂ ਵੱਧ ਹੋਵੇ ਤਾਂ ਫਿਰ ਆਪਾਂ ਇਸ ਅੰਕ ਨੂੰ ਵਧਾਉਂਦੇ ਆ, 4 ਦੀ ਥਾਂ ਤੇ ਫਿਰ 5 ਕਰਦੇ ਆ। ਜੇ ਆ ਛੋਟਾ ਹੈਗਾ ਤਾਂ ਫਿਰ ਆਪਾਂ ਨਹੀਂ ਕਰਦੇ। ਤਾਂ 69.4 69.43 69.429 ਇਹ ਸਾਰੇ ਜਿਹੜੇ ਨੇ ਇਹ ਤੁਹਾਡੇ ਕੋਲੇ ਮੱਧਿਕਾਵਾਂ ਨੇ, ਮੱਧਮਾਨ ਨੇ, ਸੌਰੀ, ਠੀਕ ਹੈ। ਤਾਂ ਇਹ ਮੱਧਮਾਨ ਦਾ ਸਵਾਲ ਤੁਹਾਡਾ। ਮੈਨੂੰ ਆਸ ਹੈ ਤੁਹਾਨੂੰ ਇਹ ਲੈਕਚਰ ਚੰਗੀ ਤਰ੍ਹਾਂ ਸਮਝ ਆ ਗਿਆ, ਠੀਕ ਹੈ। ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ। ਥੈਂਕ ਯੂ ਵੈਰੀ ਮਚ।